ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਾਮੋ ਕਰ ਜੋਰੀ, ਨਾਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਾਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਮੈਂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਧੂ ਧਰ ਆਨੰਦ ਉਰ, ਮਹਾਰਾਜ ਕਿਸ ਥਾਨ। ਵਿਚਰਤ ਹੁਦੇ ਸਮੀਪ ਕਿਤ, ਕੀਨ ਪਾਨ ਜਲਿਆਨ। ਸਾਧੂ ਧਰ ਆਨੰਦ ਉਰ, ਮਹਾਰਾਜ ਕਿਸ ਥਾਨ। ਵਿਚਰਤ ਹੁਦੇ ਸਮੀਪ ਕਿਤ, ਕੀਨ ਪਾਨ ਜਲਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ, ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਅਪਾਰ ਰਹਿਮਤ ਕਿਰਪਾ ਕਰਕੇ ਸਾਨੂੰ ਜੀਵਾਂ ਨੂੰ
ਸਮਤ ਬਖਸ਼ ਕਰਕੇ ਆਪਣੇ ਚਰਨਾਂ ਕਮਲਾਂ ਦੇ ਵਿੱਚ ਬਿਰਾਜਮਾਨ ਕਰਵਾਉਣਾ ਕੀਤਾ ਹੈ। ਆਓ ਜੋ ਸੰਧਿਆ ਦੇ ਸਮੇਂ ਮਹਾਂਪੁਰਖਾਂ ਦੇ ਸਥਾਨਾਂ ਦੇ ਉੱਪਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਜੋ ਛੇਵੇਂ ਪਾਤਸ਼ਾਹ ਜੀਆਂ ਦੀ ਚੱਲ ਰਹੀ ਹੈ, ਆਓ ਉਸ ਕਥਾ ਵਿਚਾਰ ਦੇ ਨਾਲ ਜੁੜਨਾ ਕਰੀਏ ਤੇ ਇਸ ਮਨੁੱਖਾ ਦੇਹੀ ਨੂੰ ਸਫਲਾ ਕਰਨਾ ਕਰੀਏ। ਸਾਰਿਆਂ ਤੋਂ ਪਹਿਲਾਂ ਕਲਗੀਧਰ ਪਿਤਾ ਜੀਆਂ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਜੀ। ਆਓ ਮਿਲ ਕਰਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦੇ ਅਧਿਆਏ ਦੇ ਅੰਦਰ ਜਿਵੇਂ ਆਪਾਂ ਸਰਵਣ ਕਰਨਾ ਕੀਤਾ ਸੀ ਕਿ ਭਾਈ ਸਾਧੂ ਜੀ ਤੇ ਉਹਨਾਂ ਦਾ ਪੁੱਤਰ ਦੋਵੇਂ ਹੀ ਕਿਤੇ ਜੰਗਲ ਦੇ ਵਿੱਚ ਜਾ ਕਰਕੇ ਲੱਕੜਾਂ ਨੂੰ ਕੱਟਣ ਦੇ ਲਈ ਗਏ ਨੇ। ਤੇ ਕਵੀ ਜੀ ਕਹਿੰਦੇ ਜੇਠ ਦਾ ਮਹੀਨਾ ਏ, ਬੜੀ ਹੀ ਤਪਸ਼ ਜਿਹੜੀ ਵਰਤ ਰਹੀ ਏ, ਤੇ ਨਾਲ ਆਪਣੇ ਕੁਝ ਠੰਡਾ ਜਲ ਲੈ ਕਰਕੇ ਬੈਠੇ ਨੇ। ਲੱਕੜਾਂ ਨੂੰ ਵੱਢਦਿਆਂ ਹੋਇਆਂ ਇੰਨੀ ਗਰਮੀ ਦੇ ਵਿੱਚ ਜਦੋਂ ਪਿਆਸ ਲੱਗੀ ਤੇ ਪੁੱਤਰ ਰੂਪ ਚੰਦ ਨੇ ਜਾ ਕਰਕੇ ਉਸ ਪਾਣੀ ਦੇ ਕੋਲ ਜਿਹੜੀ ਮਟਕੀ ਨੂੰ ਹੱਥ ਲਾ ਕੇ ਜਦੋਂ ਵੇਖਿਆ ਤੇ ਵੇਖ ਕਰਕੇ ਬੜਾ ਹੀ ਖੁਸ਼ ਹੋਇਆ। ਜਲ ਬੜਾ ਹੀ ਠੰਡਾ ਲੱਗਾ। ਪਿਓ ਦੇ ਕੋਲ ਆ ਕੇ ਕਹਿਣ ਲੱਗਾ, ਪਿਤਾ ਜੀ ਇਹ ਜਲ ਬਹੁਤ ਹੀ ਸਵਾਦਿਸ਼ਟ ਹੈ, ਠੰਡਾ ਹੈ, ਬੜੀ ਹੀ ਸੋਹਣੀ ਜਿਹੜੀ ਇਹ ਚੀਜ਼ ਹੈ, ਤੇ ਐਸੀਆਂ ਜਿਹੜੀਆਂ ਉੱਤਮ ਚੀਜ਼ਾਂ ਹਨ ਇਹ ਉੱਤਮ ਪੁਰਸ਼ਾਂ ਦੇ ਲਈ ਹਨ। ਕਿਉਂ ਨਾ ਇਹ ਜਲ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਸਾਹਿਬ ਜੀਆਂ ਨੂੰ ਪਿਆਇਆ ਜਾਵੇ। ਪਿਤਾ ਨੇ ਸੁਣ ਕਰਕੇ ਮਨ ਦੇ ਵਿੱਚ ਬੜੀ ਹੀ ਪ੍ਰਸੰਨਤਾ ਨੂੰ ਧਾਰਨ ਕੀਤਾ। ਪਿਤਾ ਕਹਿਣ ਲੱਗਾ, ਪੁੱਤਰਾ ਬੜੀ ਅਯੋਗ ਗੱਲ ਕਹੀ ਹੈ, ਬੜੀ ਯੋਗ ਗੱਲ ਕਹੀ ਹੈ ਤੂੰ। ਇਸੇ ਪ੍ਰਕਾਰ ਹੀ ਕਰਾਂਗੇ। ਦੋਵਾਂ ਨੇ ਜਲ ਨੂੰ ਛਕਿਆ ਨਾ, ਉਸ ਰੁੱਖ ਦੇ ਨਾਲ ਹੀ ਲਟਕਾ ਦਿੱਤਾ। ਦੋਵੇਂ ਲੱਕੜਾਂ ਨੂੰ ਵੱਢਦੇ ਜਾਂਦੇ ਨੇ, ਗਰਮੀ ਦੇ ਨਾਲ ਬੇਹਾਲ ਹੋਏ। ਮਨ ਦੇ ਵਿੱਚ ਫਿਰ ਵੀ ਇੱਕ ਵਾਰ ਨਾ ਆਇਆ ਕਿ ਜਲ ਨੂੰ ਛਕ ਲਈਏ। ਮਨ ਦੇ ਵਿੱਚ ਸ਼ਰਧਾ ਧਾਰ ਕੇ ਬੈਠੇ ਨੇ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੂੰ ਯਾਦ ਕਰਦੇ ਨੇ। ਜਦੋਂ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੂੰ ਪਤਾ ਲੱਗਾ ਕਿ ਮੇਰੇ ਸਿੱਖ ਮੈਨੂੰ ਬਿਰਹੋਂ ਦੇ ਵਿੱਚ ਆ ਕਰਕੇ ਯਾਦ ਕਰਦੇ ਪਏ ਨੇ, ਤੇ ਮਹਾਰਾਜ ਜੀਆਂ ਨੇ ਸਾਰੇ ਸਵਾਦਿਸ਼ਟ ਭੋਜਨਾਂ ਨੂੰ ਛੱਡਦੇ ਹੋਏ ਸਿੰਘਾਂ ਨੂੰ ਕਹਿ ਕੇ ਘੋੜੇ ਨੂੰ ਮੰਗਾਉਣਾ ਕੀਤਾ ਏ। ਤੇ ਘੋੜੇ ਦੇ ਉੱਪਰ ਜੀਰ ਨੂੰ ਪਵਾ ਕੇ ਸੱਚੇ ਪਾਤਸ਼ਾਹ ਬੜੀ ਹੀ ਕਾਹਲੀ ਦੇ ਨਾਲ 30 ਕੋਹ ਦਾ ਜਿਹੜਾ ਪੈਂਡਾ ਹੈ ਉਹ ਪਲਾਂ ਦੇ ਵਿੱਚ ਹੀ ਸਰ ਕਰਦੇ ਭਾਈ ਸਾਧੂ ਜੀਆਂ ਦੇ ਕੋਲ ਆ ਕੇ ਪੁੱਜਦੇ ਨੇ। ਵੇਖ ਕਰਕੇ ਦੋਵੇਂ ਪਿਓ ਪੁੱਤ ਬੜੇ ਹੀ ਖੁਸ਼ ਹੁੰਦੇ ਹਨ। ਸੱਚੇ ਪਾਤਸ਼ਾਹ ਜੀਆਂ ਨੇ ਉਹ ਮਿੱਠਾ ਠੰਡਾ ਜਲ ਛਕਣਾ ਕੀਤਾ। ਇਹ ਜੋ ਆਪਾਂ ਕੱਲ੍ਹ ਦੇ ਅਧਿਆਏ ਅੰਦਰ ਸਰਵਣ ਕੀਤਾ ਸੀ, ਆਓ ਅੱਗੇ ਕਿਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੋਵਾਂ ਪਿਓ ਪੁੱਤਰਾਂ ਨੂੰ ਤਾਰਦੇ ਹਨ, ਉਹ ਵਿਚਾਰ ਆਪਾਂ ਅੱਗੇ ਸਰਵਣ ਕਰਨਾ ਕਰੀਏ। ਸਾਰੇ ਹੀ ਮਨ ਬਿਰਤੀਆਂ ਨੂੰ ਕਾਗਰ ਕਰਕੇ ਸਾਹਿਬਾਂ ਦੇ ਚਰਨਾਂ ਦੇ ਵਿੱਚ ਆਪਣਾ ਮਨ ਤਨ ਨਿਵਾ ਕਰਕੇ ਸਾਰੇ ਹੀ ਆਖਣਾ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਧੂ ਧਰ ਆਨੰਦ ਉਰ। ਉਦੋਂ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਭਾਈ ਸਾਧੂ
ਦੇ ਕੋਲ ਖੜੇ ਹਨ ਤੇ ਭਾਈ ਸਾਧੂ ਨੇ ਮਨ ਦੇ ਵਿੱਚ ਬੜਾ ਹੀ ਆਨੰਦ ਨੂੰ ਧਾਰਨ ਕੀਤਾ ਹੈ ਜੀ। ਮਹਾਰਾਜ ਇਸ ਥਾਨ ਭਾਈ ਸਾਧੂ ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ ਆਪ ਕਿਹੜੀ ਜਗ੍ਹਾ ਤੇ ਆਪ ਜੀਆਂ ਨੇ ਸਥਾਨ ਕੀਤਾ ਸੀ? ਬੜੀ ਹੀ ਜਲਦੀ ਦੇ ਨਾਲ ਤੁਸੀਂ ਪਲਾਂ ਦੇ ਵਿੱਚ ਹੀ ਆ ਗਏ ਹੋ ਜੀ। ਵਿਚਰਤ ਹੋਤੇ ਸਮੀਪ ਕਿਤ ਇਹ ਸੱਚੇ ਪਾਤਸ਼ਾਹ ਤੁਸੀਂ ਕਿਤੇ ਨੇੜੇ ਹੀ ਵਿਚਰ ਰਹੇ ਸੋ, ਜੋ ਐਡੀ ਕਾਹਲੀ ਦੇ ਨਾਲ ਸਾਡੇ ਕੋਲ ਆ ਪੁੱਜੇ ਹੋ। ਤੀਨ ਪਾਨ ਜਲਿਆਨ ਤੇ ਆ ਕਰਕੇ ਜਿਹੜਾ ਠੰਡਾ ਜਲ ਹੈ ਛਕਣਾ ਕੀਤਾ ਏ। ਸੋਭਈ ਉਚਿਤ ਆਪਕੇ ਹਮਨੇ ਜਾਨਾ। ਇਹ ਸੱਚੇ ਪਾਤਸ਼ਾਹ ਜੀ ਇਹ ਜਿਹੜਾ ਜਲ ਸੀ ਜਦੋਂ ਵੇਖਿਆ ਕਿ ਬੜਾ ਸੀਤਲ ਹੈ, ਸੱਚੇ ਪਾਤਸ਼ਾਹ ਜੀ ਵੇਖ ਕਰਕੇ ਅਸੀਂ ਆਪ ਜੀਆਂ ਦੇ ਜੋਗ ਇਸ ਜਲ ਨੂੰ ਸਮਝਣਾ ਕੀਤਾ ਸੀ। ਤੁਮ ਹਿਰਦ ਧਰਿਓ ਕਿਉ ਨਹਿ ਪਾਨਾ। ਇਹ ਸੱਚੇ ਪਾਤਸ਼ਾਹ ਜੀ ਇਹ ਜਲ ਅਸੀਂ ਤੁਹਾਡੇ ਲਈ ਰੱਖਿਆ ਏ, ਅਸੀਂ ਆਪ ਇਸ ਨੂੰ ਪਾਨ ਨਹੀਂ ਕੀਤਾ, ਭਾਵ ਅਸੀਂ ਜਲ ਨੂੰ ਛਕਿਆ ਨਹੀਂ। ਕਿਰਪਾ ਧਾਰ ਕਰ ਪੁਰਬੀ ਆਸ। ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰਕੇ ਸਾਡੀ ਮਨ ਦੀ ਇੱਛਾ ਨੂੰ ਪੂਰਨ ਕੀਤਾ ਹੈ ਦਾਸ ਜਾਣ ਕਰ ਪਹੁੰਚੇ ਪਾਸ। ਤੇ ਸਾਨੂੰ ਆਪਣੇ ਦਾਸ ਜਾਣ ਕੇ ਸਾਡੇ ਕੋਲ ਆ ਪੁੱਜੇ ਹੋ। ਸੁਨ ਸਤਿਗੁਰੂ ਬਿਰਤਾਂਤ ਬਖਾਨਾ। ਉਸ ਵੇਲੇ ਸੱਚੇ ਪਾਤਸ਼ਾਹ ਜੀਆਂ ਨੇ ਭਾਈ ਸਾਧੂ ਦੇ ਪਾਸੋਂ ਸੁਣ ਕਰਕੇ ਸਾਰੀ ਵਾਰਤਾ ਦੱਸਣਾ ਕੀਤੀ ਹੈ। ਇਸ ਕੋ ਸਹਨ ਕੀਨ ਭਿਆਨਾ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਸਾਧੂ ਜੀ ਅਸੀਂ 30 ਕੋਹ ਚੱਲ ਕਰਕੇ ਤੁਹਾਡੇ ਕੋਲ ਆਏ ਹਾਂ। 30 ਕੋਹ ਲਗਭਗ ਕੋਈ 60 ਕਿਲੋਮੀਟਰ ਦਾ ਜਿਹੜਾ ਰਸਤਾ ਹੈ ਤੈਅ ਕਰਕੇ ਸੱਚੇ ਪਾਤਸ਼ਾਹ ਜੀ ਆਏ ਹਨ। ਧਾਏ ਜੀਵਨ ਵੀਰ ਤੁਮਾਰਾ। ਤੇ ਤੁਹਾਡਾ ਇਹ ਜਿਹੜਾ ਸ਼ਰਧਾ ਦੇ ਨਾਲ ਭਿੱਜਿਆ, ਪ੍ਰੇਮ ਦੇ ਭਿੱਜਿਆ ਭਿੱਜਿਆ ਜਲ ਹੈ, ਇਹ ਛਕਣ ਦੇ ਲਈ ਤੁਹਾਡੇ ਕੋਲ ਆਏ ਹਾਂ। ਜੇਠ ਦੁਪਹਿਰੀ ਅਬ ਕਛ ਢਾਰਾ। ਹੁਣ ਜੇਠ ਦੀ ਜਿਹੜੀ ਦੁਪਹਿਰ ਹੈ ਉਹ ਢਲ ਗਈ ਹੈ ਤੇ ਸ਼ਾਮ ਦਾ ਸਮਾਂ ਹੋ ਰਿਹਾ ਹੈ। ਕਾਰਤ ਖਾਨਨ ਕੀ ਅਬ ਤਿਆਗ ਹੋ। ਤੇ ਹੁਣ ਤੁਸੀਂ ਇਹ ਜਿਹੜੀ ਆਪਣੇ ਮਨ ਦੇ ਵਿੱਚ ਇੱਛਾ ਰੱਖੀ ਸੀ ਉਹ ਪੂਰੀ ਹੋਈ ਹੈ ਤੇ ਤੁਸੀਂ ਹੁਣ ਪਿਆਸ ਨੂੰ ਤਿਆਗਣਾ ਕਰੋ। ਕਰਹੁ ਦੇਗ ਗੁਰ ਕੀ ਅਨੁਰਾਗ ਹੋ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਸੀਂ ਇਹ ਜਿਹੜਾ ਲੱਕੜਾਂ ਵੱਢਣ ਦਾ ਵਪਾਰ ਕਰਦੇ ਹੋ, ਕਿਰਤ ਕਰਦੇ ਹੋ, ਇਹ ਕਿਰਤ ਨੂੰ ਛੱਡ ਕਰਕੇ ਤੇ ਹੁਣ ਦੇਗ ਭਾਵ ਲੰਗਰ ਚਲਾਉਣਾ ਕਰੋ। ਆਮ ਪ੍ਰਸੰਨ ਪਰ ਜਾਚਨ ਕੀਜੈ। ਅਸੀਂ ਤੁਹਾਡੇ ਉੱਪਰ ਬੜੇ ਪ੍ਰਸੰਨ ਹੋਏ ਹਾਂ ਤੇ ਸਾਡੇ ਕੋਲੋਂ ਕੋਈ ਵਰ ਮੰਗਣਾ ਕਰੋ। ਅਬ ਲਾਗਤ ਸੁਖ ਪਾਏ ਸੋ ਲੀਜੈ। ਤੇ ਹੁਣ ਆਪਣੇ ਮਨ ਭਾਉਂਦਾ ਕੋਈ ਵਰ ਮੰਗ ਕਰਕੇ ਪ੍ਰਸੰਨ ਹੋਣਾ ਕਰੋ। ਪਿਤਾ ਪੁੱਤਰ ਕਰ ਜੋੜ ਉਚਾਰੇ। ਜਦੋਂ ਛੇਵੇਂ ਪਾਤਸ਼ਾਹ ਜੀਆਂ ਨੇ ਐਸੇ ਵਾਕ ਗਏ, ਦੋਵੇਂ ਪਿਤਾ ਪੁੱਤਰ ਭਾਈ ਸਾਧੂ ਤੇ ਉਹਨਾਂ ਦਾ ਪੁੱਤਰ ਰੂਪ ਚੰਦ ਦੋਵੇਂ ਹੀ ਬੜੇ ਖੁਸ਼ ਹੋਏ ਹਨ। ਆਣ ਆਪਣੇ ਦਾਸ ਉਧਾਰੇ। ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ ਤੁਸੀਂ ਆ ਕਰਕੇ ਆਪਣੇ ਦਾਸਾਂ ਨੂੰ ਉਧਾਰਨਾ ਕੀਤਾ ਹੈ। ਨਿਤ ਸਿੱਖੀ ਕੋ ਅਬਦਾਨ। ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਦਾਨ ਕਿਹੜਾ ਦਿਓ। ਸੱਚੇ ਪਾਤਸ਼ਾਹ ਜੀ ਸਿੱਖੀ ਦਾ ਦਾਨ ਸਾਨੂੰ ਦੋਵੇਂ ਪਿਓਾਂ ਪੁੱਤਰਾਂ ਨੂੰ ਦੇਣਾ ਕਰੋ। ਜਿਸਤੇ ਜਨਮ ਮਰਨ ਦੁਖ ਹਾਨ। ਜਿਹਦੇ ਨਾਲ ਕੀ ਹੋਵੇਗਾ, ਸਾਡਾ ਜਨਮ ਮਰਨ ਜਿਹੜਾ ਕੱਟਿਆ ਜਾਵੇਗਾ। ਇਸ ਲਈ ਸਾਨੂੰ ਸਿੱਖੀ ਦੀ ਦਾਤ ਦੇਵੋ ਜੀ। ਤੁਮਰੇ ਚਰਨਨ ਕੋ ਹੋਏ ਪ੍ਰੇਮ। ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਦਾ ਪ੍ਰੇਮ ਸਦਾ ਹੀ ਸਾਡੇ ਮਨ ਦੇ ਵਿੱਚ ਲੱਗਾ ਰਹੇ। ਨਹਿ ਕਬ ਦਾਤਾ ਸ਼ੇਮ। ਇਹ ਸੱਚੇ ਪਾਤਸ਼ਾਹ ਜੀ ਮੁਕਤੀ ਦੇ ਦਾਤੇ, ਕਦੀ ਵੀ ਸਾਡੇ ਮਨ ਦੇ ਵਿੱਚੋਂ ਤੁਹਾਡੇ ਚਰਨਾਂ ਦਾ ਜਿਹੜਾ ਪ੍ਰੇਮ ਹੈ ਨਾ, ਉਹ ਕਦੇ ਮੁਕਣਾ ਨਾ ਕਰੇ। ਜੋ ਤੁਮ ਟਹਿਲ ਦੇਹੋ ਹਮ ਤਾਈ। ਤੇ ਸੱਚੇ ਪਾਤਸ਼ਾਹ ਜੀ ਫਿਰ ਤੁਸੀਂ ਜੋ ਵੀ ਸੇਵਾ ਸਾਨੂੰ ਬਖਸ਼ਣੀ ਕਰੋਗੇ। ਕਰਹਿ ਦੇਖ
ਏਕ ਨਿਤ ਬਨਹੁ ਸਹਾਈ। ਸੱਚੇ ਪਾਤਸ਼ਾਹ ਜੀ, ਜੇ ਤੁਸੀਂ ਸਾਡੀ ਸਹਾਇਤਾ ਕਰੋਗੇ, ਮਦਦ ਕਰੋਗੇ, ਆਪਣਾ ਮਿਹਰ ਦਾ ਹੱਥ ਸਾਡੇ ਦੋਵਾਂ ਦੀ ਕੰਡ ਦੇ ਉੱਪਰ ਰੱਖੋਗੇ, ਤਾਂ ਅਸੀਂ ਦੇਗ ਲੰਗਰ ਚਲਾਉਣਾ ਕਰਾਂਗੇ। ਆਪਣਾ ਬਾਂਛਾ ਹਮਰੇ ਕੋਈ। ਹੋਰ ਸਾਡੇ ਮਨ ਦੇ ਵਿੱਚ ਕੋਈ ਵੀ ਇੱਛਾ ਨਹੀਂ ਹੈ। ਕਰਹਿ ਅਚਾਵਨ ਦੇ ਹੁਕਮ ਜੋਈ। ਜੋ ਵੀ ਤੁਸੀਂ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕਰੋਗੇ, ਉਹੀ ਅਸੀਂ ਸੰਗਤ ਨੂੰ ਛਕਾਉਣਾ ਕਰਾਂਗੇ। ਗੁਰ ਮੈਂ ਗੁਰ ਸਿੱਖ ਅਹਿ ਨਾ ਮੂੜੇ। ਇਹ ਸੱਚੇ ਪਾਤਸ਼ਾਹ ਜੀ, ਜਿਹੜੇ ਨਗਰ ਦੇ ਵਿੱਚ ਅਸੀਂ ਰਹਿਣਾ ਕਰਦੇ ਹਾਂ, ਸਾਡੇ ਨਗਰ ਦੇ ਵਿੱਚ ਜਿੰਨੇ ਵੀ ਲੋਕ ਹਨ, ਉਹ ਸਰਵਰੀ ਦੇ ਪੁਜਾਰੀ ਹਨ, ਇਹਨਾਂ ਮੜੀਆਂ ਵਾਲਿਆਂ ਦੇ ਪੁਜਾਰੀ ਹਨ। ਗੁਰੂ ਦਾ ਸਿੱਖ ਕੋਈ ਨਹੀਂ ਹੈ, ਸਾਰੇ ਹੀ ਮੂਰਖ ਹਨ ਜੀ। ਮਤ ਸਰ ਅਗਨ ਗਰਹਿ ਨਿਤ ਕੂੜੇ। ਸੱਚੇ ਪਾਤਸ਼ਾਹ ਜੀ, ਇਹ ਲੋਕ ਸਦਾ ਹੀ ਹੰਕਾਰ ਦੀ ਅੱਗ ਦੇ ਵਿੱਚ ਸੜਦੇ ਰਹਿੰਦੇ ਹਨ। ਤਿਨ ਮਹਿ ਬਾਸ ਅਹਿ ਦੁਖਿਆਰ। ਇਹ ਸੱਚੇ ਪਾਤਸ਼ਾਹ ਜੀ, ਇਹਨਾਂ ਪਾਪੀ ਲੋਕਾਂ ਦੇ ਵਿੱਚ ਸਾਡਾ ਵਾਸਾ ਹੈ। ਏਕ ਅਲੰਬ ਹਮ ਅਹੋ ਹਮਾਰਾ। ਸੱਚੇ ਪਾਤਸ਼ਾਹ ਜੀ, ਕੇਵਲ ਸਾਨੂੰ ਪਰਿਵਾਰ ਨੂੰ ਕੇਵਲ ਤੁਹਾਡਾ ਹੀ ਆਸਰਾ ਹੈ ਜੀ। ਜਿਮ ਰਖੋ ਤਿਮ ਰਹਿ ਗੁਸਾਈ। ਇਹ ਸੱਚੇ ਪਾਤਸ਼ਾਹ, ਜਿਵੇਂ ਤੁਸੀਂ ਸਾਨੂੰ ਰੱਖਣਾ ਕਰੋਗੇ, ਉਸੇ ਪ੍ਰਕਾਰ ਹੀ ਅਸੀਂ ਰਵਾਂਗੇ ਜੀ। ਬਿਨਾ ਸੇਵ ਅਪਰਨਾ ਤੁਰਾਈ। ਸੱਚੇ ਪਾਤਸ਼ਾਹ ਜੀ, ਤੁਹਾਡੇ ਦਰ ਘਰ ਦੀ ਸੇਵਾ ਕਰਦੇ ਹਾਂ। ਸੇਵਾ ਤੋਂ ਬਿਨਾ ਸਾਡੇ ਕੋਲ ਹੋਰ ਵੀ ਕੋਈ ਚਤੁਰਾਈ ਨਹੀਂ ਹੈ ਜੀ। ਸੁਨ ਸਤਿਗੁਰ ਦੇ ਧੀਰਜ ਕਹੈ। ਤੇ ਸੱਚੇ ਪਾਤਸ਼ਾਹ ਜੀ, ਮੁਕਤੀ ਦੇ ਦਾਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੇ ਐਸੇ ਬਚਨਾਂ ਨੂੰ ਸੁਣ ਕਰਕੇ ਉਹਨਾਂ ਦੋਵਾਂ ਪਿਓ ਪੁੱਤਰਾਂ ਨੂੰ ਬੜਾ ਹੀ ਧੀਰਜ ਦਿੱਤਾ ਹੈ। ਨਾਰ ਦੋਖੀ ਤੁਮਰੇ ਨਹਿ ਰਹੈ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹੈ ਭਾਈ ਸਾਧੂ ਜੀ, ਜਿੰਨੇ ਵੀ ਦੋਖੀ ਹਨ ਤੁਹਾਡੇ ਨਗਰ ਦੇ ਵਿੱਚ, ਉਹ ਸਾਰੇ ਦੋਖੀ ਇਸ ਦੁਨੀਆ ਦੇ ਉੱਪਰ ਨਹੀਂ ਰਹਿਣਗੇ। ਪੁੱਤਰ ਜਾਇਗੋ ਗ੍ਰਾਮ ਮਹੰਨਾ। ਤੇ ਆਪਣੇ ਘਰ ਦੇ ਵਿੱਚ, ਆਪਣੇ ਨਗਰ ਦੇ ਵਿੱਚ ਜਾਣਾ ਕਰੋ। ਰਚਮ ਗ੍ਰਾਮ ਆਪਣੋ ਸੁਭ ਥਾਨਾ। ਤੇ ਜਿਹੜਾ ਤੁਹਾਡਾ ਇਹ ਨਗਰ ਹੈ ਨਾ, ਇਹ ਸਾਰਾ ਹੀ ਨਗਰ ਨਾਸ਼ ਹੋ ਜਾਏਗਾ, ਤੇ ਆਪਣਾ ਕੋਈ ਨਵਾਂ ਨਗਰ ਵਸਾਉਣਾ ਕਰਿਓ। ਬਦੇ ਬੰਸ ਤੇਰੋ ਤਹਿ ਰਹਿ। ਤੇ ਉਸ ਨਗਰ ਦੇ ਵਿੱਚ ਤੁਹਾਡੀ ਵੰਸ਼ ਜਿਹੜੀ ਹੈ ਬੜੀ ਵਧਣਾ ਕਰੇਗੀ। ਬਹੁਤ ਵਡਾਈ ਵਿਦਤ ਸੋ ਲਹੈ। ਤੇ ਤੁਹਾਡੀ ਬੜੀ ਹੀ ਜਿਹੜੀ ਵਡਿਆਈ ਹੈ, ਉਹ ਸਾਰੇ ਜਗਤ ਦੇ ਵਿੱਚ ਪ੍ਰਸਿੱਧ ਹੋਵੇਗੀ ਜੀ। ਸੋਨ ਵਰਤੇ ਸਾਧੂ ਪੁਰ ਗਇਓ। ਤੇ ਸੱਚੇ ਪਾਤਸ਼ਾਹ ਜੀਆਂ ਦੇ ਕੋਲੋਂ ਸੁਣ ਕੇ ਭਾਈ ਸਾਧੂ ਆਪਣੇ ਘਰ ਵੱਲ ਗਏ ਹਨ। ਤੰਤ ਸਭ ਭਾਖਤ ਭਇਓ। ਤੇ ਗੁਰੂ ਦਾ ਜਿਹੜੀ ਸਾਰੀ ਵਾਰਤਾ ਸੀ, ਆਪਣੇ ਘਰ ਵਿੱਚ ਜਾ ਕੇ ਦੱਸਣਾ ਕੀਤੀ ਏ। ਸੁਨਤ ਭਾਰਜਾ ਉਰ ਹਰ ਖਾਈ। ਤੇ ਗੁਰੂ ਸਾਹਿਬ ਜੀਆਂ ਦੀ ਇਸ ਵਾਰਤਾ ਨੂੰ ਸੁਣ ਕੇ ਜਿਹੜੀ ਭਾਈ ਸਾਧੂ ਦੀ ਪਤਨੀ ਸੀ, ਬੜੀ ਹੀ ਖੁਸ਼ ਹੋਈ ਹੈ ਜੀ। ਇਕ ਦਰਸ਼ਨ ਪਤ ਕੇ ਸੰਗਿਆਈ। ਤੇ ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨਾਂ ਦੇ ਲਈ ਆਪਣੇ ਪਤੀ ਦੇ ਨਾਲ ਚੱਲ ਕਰਕੇ ਆਈ ਹੈ। ਦੇਖਤ ਹੀ ਪਾਇਨ ਪਰ ਪਰੀ। ਤੇ ਆ ਕਰਕੇ ਸੱਚੇ ਪਾਤਸ਼ਾਹ ਜੀਆਂ ਨੂੰ ਵੇਖ ਕੇ ਵਿਰਾਗ ਦੇ ਵਿੱਚ ਆ ਕੇ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਪਰ ਝੁਕ ਗਈ ਏ। ਧੰਨ ਗੁਰੂ ਹਮਰੀ ਕੁਲ ਤਰੀ। ਕਹਿਣ ਲੱਗੀ, ਸੱਚੇ ਪਾਤਸ਼ਾਹ ਜੀ, ਤੁਸੀਂ ਧੰਨ ਹੋ, ਤੁਸੀਂ ਕਿਰਪਾ ਕਰਕੇ ਸਾਡੀ ਕੁਲ ਨੂੰ ਤਾਰਨਾ ਕੀਤਾ ਏ। ਆਮ ਸਮ ਦੀਨਨ ਕੀ ਕੋ ਸੁਣੈ। ਇਹ ਸੱਚੇ ਪਾਤਸ਼ਾਹ ਜੀ, ਅਸੀਂ ਤਾਂ ਗਰੀਬ ਸਾਂ, ਰੁਲਦੇ ਫਿਰਦੇ ਸਾਂ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਇਹ ਸੱਚੇ ਪਾਤਸ਼ਾਹ, ਅਸੀਂ ਤਾਂ ਕੀੜਿਆਂ ਦੀ ਨਿਆਈ ਸਾਂ, ਸਾਨੂੰ ਕੋਈ ਪੁੱਛਦਾ ਨਹੀਂ ਸੀ, ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਸੱਚੇ ਪਾਤਸ਼ਾਹ ਜੀ, ਤੁਸੀਂ ਸਾਨੂੰ ਥਾਪਣਾ ਕੀਤਾ ਹੈ। ਅਸ ਕਾਰਜ ਰਾਵਰ ਕੋ ਬਣੈ। ਸੱਚੇ ਪਾਤਸ਼ਾਹ ਜੀ, ਐਸਾ ਜਿਹੜਾ ਕਾਰਜ ਹੈ ਗਰੀਬਾਂ ਨੂੰ ਨਿਵਾਜਣ ਵਾਲਾ, ਇਹ ਤਾਂ ਕੇਵਲ ਗੁਰੂ ਨਾਨਕ ਦੇ ਦਰ ਦੇ ਉੱਪਰ ਹੀ ਬਣਦਾ ਹੈ। ਰੂਪ ਚੰਦ ਕੋ ਹੀਰਨ ਦੀਨ। ਫਿਰ ਛੇਵੇਂ ਪਾਤਸ਼ਾਹ ਜੀਆਂ ਨੇ
ਭਾਈ ਸਾਧੂ ਦੇ ਪੁੱਤਰ ਭਾਈ ਰੂਪ ਚੰਦ ਜੀਆਂ ਦੇ ਵੱਲ ਵੇਖਣਾ ਕੀਤਾ ਏ। ਬਸਤਰ ਸ਼ਸਤਰ ਆਪਣੇ ਗੁਰ ਦੀਨ। ਤੇ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਬਸਤਰ ਸ਼ਸਤਰ ਉਤਾਰ ਕਰਕੇ ਭਾਈ ਰੂਪ ਚੰਦ ਜੀਆਂ ਨੂੰ ਦੇਣੇ ਕੀਤੇ ਨੇ। ਗੁਰੂ ਡਰੋਲੀ ਕੇ ਜਬ ਧਾਏ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਡਰੋਲੀ ਨਗਰ ਦੇ ਵਿੱਚੋਂ ਚੱਲੇ ਸਨ, ਵਿਧੀ ਚੰਦ ਸੁਨ ਜੀਨ ਭਵਾਏ। ਉਸ ਵੇਲੇ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਡਰੋਲੀ ਨਗਰ ਦੇ ਵਿੱਚੋਂ ਚੱਲੇ ਸਨ, ਇੰਨੀ ਖਬਰ ਜਦੋਂ ਭਾਈ ਵਿਧੀ ਚੰਦ ਜੀਆਂ ਨੂੰ ਉਧਰ ਪਤਾ ਲੱਗੀ ਕਿ ਛੇਵੇਂ ਪਾਤਸ਼ਾਹ ਜੀ ਨਗਰ ਦੇ ਵਿੱਚ ਨਹੀਂ ਹਨ, ਬੜੀ ਹੀ ਕਾਹਲੀ ਦੇ ਨਾਲ ਬਹਾਦਰ ਬਾਬਾ ਵਿਧੀ ਚੰਦ ਜੀਆਂ ਨੇ ਘੋੜਾ ਮੰਗਾ ਕਰਕੇ ਉਹਦੇ ਉੱਪਰ ਜੀਨ ਕਾਠੀ ਪਵਾਈ ਹੈ ਪ੍ਰਬਲ ਤੁਰੰਗਮ ਤਮਹੁ ਪ੍ਰੇਰਾ। ਤੇ ਆਪਣੇ ਘੋੜੇ ਦੇ ਉੱਪਰ ਚੜ ਕਰਕੇ ਪੈਰ ਦੇ ਨਾਲ ਅੱਡੀ ਮਾਰ ਕੇ ਘੋੜੇ ਨੂੰ ਚਲਾਉਣਾ ਕੀਤਾ ਏ। ਇਕ ਧਵਾਏ ਕਿਤ ਕੋਈਆ ਸ਼ੇਰਾ। ਤੇ ਕਦੀ ਤਾਂ ਬਾਬਾ ਵਿਧੀ ਚੰਦ ਜੀ ਘੋੜੇ ਨੂੰ ਬੜੀ ਤੇਜ਼ ਦੜਾਉਂਦੇ ਨੇ ਤੇ ਕਦੀ ਹੌਲੀ ਕਰਕੇ ਸੱਚੇ ਪਾਤਸ਼ਾਹ ਜੀਆਂ ਨੂੰ ਲੱਭ ਰਹੇ ਨੇ। ਮਨ ਪੈਂਦੇ ਖਾਂ ਆਦਿਕ ਸੁਣੇ। ਫਿਰ ਉਸ ਤੋਂ ਬਾਅਦ ਪੈਂਦੇ ਖਾਂ ਤੇ ਹੋਰ ਜਿਹੜੇ ਸੂਰਮੇ ਹਨ, ਜਦੋਂ ਇਹਨਾਂ ਸਾਰਿਆਂ ਨੂੰ ਪਤਾ ਲੱਗਾ ਕੱਟੇ ਤੁਰਤ ਸ਼ਸਤਰਨ ਸੋ ਸਣੇ। ਤੇ ਸਾਰੇ ਹੀ ਸੂਰਮੇ ਸ਼ਸਤਰਾਂ ਨੂੰ ਧਾਰਨ ਕਰਕੇ ਆਪਣੇ ਘੋੜਿਆਂ ਦੇ ਉੱਪਰ ਸਵਾਰ ਹੋਏ ਨੇ। ਸੋਜੀ ਨਹੀਂ ਗੁਰੂ ਕਿਤ ਗਏ। ਤੇ ਸਾਰੇ ਸੂਰਮੇ ਵਿਚਾਰ ਕਰਦੇ ਨੇ ਵੀ ਕਿਤੋਂ ਵੀ ਕੋਈ ਸੋਝੀ ਨਹੀਂ ਪੈ ਰਹੀ ਕਿ ਛੇਵੇਂ ਪਾਤਸ਼ਾਹ ਜੀ ਕਿੱਧਰ ਚਲੇ ਗਏ ਹਨ। ਸੁਣ ਸੁਣ ਸੁਕਟ ਰੂਟਤ ਭਏ। ਤੇ ਸੁਣ ਕਰਕੇ ਸਾਰੇ ਹੀ ਸੂਰਮੇ ਸੱਚੇ ਪਾਤਸ਼ਾਹ ਜੀਆਂ ਨੂੰ ਲੱਭ ਰਹੇ ਨੇ। ਨਹੀਂ ਕੋ ਕਿਸਹੁ ਸੰਗ ਮਿਲਾਵੇ। ਤੇ ਕਵੀ ਜੀ ਕਹਿੰਦੇ ਜਿਹੜੇ ਸੂਰਮੇ ਨੇ ਐਡੀ ਕਾਹਲੀ ਦੇ ਨਾਲ ਭੱਜਦੇ ਨੇ, ਘੋੜਿਆਂ ਨੂੰ ਭਜਾਉਂਦੇ ਨੇ, ਇੱਕ ਦੂਜੇ ਦੇ ਨਾਲ ਮਿਲਣਾ ਨਹੀਂ ਕਰਦੇ। ਖੋਜ ਦੇਖ ਕਰ ਹੈ ਨ ਧਵਾਵੇਂ। ਤੇ ਸਾਰੇ ਪਾਸੇ ਖੋਜ ਕਰਕੇ ਆਪਣੀਆਂ ਨਜ਼ਰਾਂ ਘੁਮਾ ਕੇ ਘੋੜਿਆਂ ਦੇ ਉੱਪਰ ਚੜੇ ਹੋਏ ਨੇ ਤੇ ਸੱਚੇ ਪਾਤਸ਼ਾਹ ਜੀਆਂ ਨੂੰ ਲੱਭ ਰਹੇ ਹਨ। ਆਗੇ ਪਾਛੇ ਰੇਹਾ ਦੇਖੋ। ਤੇ ਸਾਰੇ ਹੀ ਸੂਰਮੇ ਇੱਕ ਦੂਜੇ ਦੇ ਅੱਗੇ ਪਿੱਛੇ ਚੱਲ ਰਹੇ ਹਨ। ਆਵਤ ਚਮੂ ਚੱਡੀ ਗੁਰ ਨੇਹੋ। ਤੇ ਜਿੰਨੇ ਵੀ ਸੂਰਮੇ ਨੇ ਵੇਖਦਿਆਂ ਵੇਖਦਿਆਂ ਸੱਚੇ ਪਾਤਸ਼ਾਹ ਜੀਆਂ ਦੇ ਘੋੜੇ ਦੀ ਪੈੜ ਨੂੰ ਦੱਬਦੇ ਹੋਏ ਸਾਹਿਬਾਂ ਵੱਲ ਆ ਰਹੇ ਨੇ। ਕੁਛ ਕਰਹਿ ਦਿਨ ਵਿਧਿਆ ਆਇਓ। ਤੇ ਕਵੀ ਜੀ ਕਹਿੰਦੇ ਬਾਬਾ ਵਿਧੀ ਚੰਦ ਜੀ, ਛੇਵੇਂ ਪਾਤਸ਼ਾਹ ਜੀਆਂ ਦਾ ਸੀਨਾ ਬਾਬਾ ਵਿਧੀ ਚੰਦ ਜੀ ਕੁਝ ਹੀ ਸਮੇਂ ਦੇ ਵਿੱਚ ਸਾਹਿਬਾਂ ਕੋਲ ਆ ਪੁੱਜੇ ਨੇ। ਦਰਸ ਦੇਖ ਕਰ ਸੀਸ ਨਿਵਾਇਓ। ਤੇ ਛੇਵੇਂ ਪਾਤਸ਼ਾਹ ਜੀਆਂ ਦੇ ਦਰਸ਼ਨ ਕਰਕੇ ਬਾਬਾ ਵਿਧੀ ਸਾਹਿਬ ਜੀਆਂ ਨੇ ਆਪਣਾ ਸੀਸ ਨਿਵਾਉਣਾ ਕੀਤਾ ਏ। ਨਿਜ ਸਿੱਖਨ ਸੰਗ ਬਾਕ ਬਖਾਨਤ। ਤੇ ਸਾਰੇ ਹੀ ਸਿੱਖਾਂ ਦੇ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਬਚਨ ਕਰਦੇ ਨੇ। ਨਿਹਿਤ ਧਾਇ ਹਿਰਦੈ ਪਛਾਨਤ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਸਿੱਖੋ ਇਹਨਾਂ ਦੇ ਕਰਕੇ ਅਸੀਂ ਕਾਹਲੀ ਦੇ ਨਾਲ ਚੱਲ ਕੇ ਇੱਥੇ ਆਏ ਸਾਂ। ਮਹਾਰਾਜ ਏਕਲ ਹੀ ਆਏ। ਬਾਬਾ ਵਿਧੀ ਚੰਦ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਸੀਂ ਇਕੱਲੇ ਹੀ ਚੱਲ ਕਰਕੇ ਆ ਗਏ ਸੋ। ਤੁਰਤ ਚੱਡਿਓ ਮੈਂ ਨਹਿ ਦਰਸਾਏ। ਮੈਂ ਇਹ ਗੱਲ ਸੁਣ ਕਰਕੇ ਕਿ ਛੇਵੇਂ ਪਾਤਸ਼ਾਹ ਜੀ ਇਕੱਲੇ ਹੀ ਘੋੜੇ ਤੇ ਚੜ ਕੇ ਗਏ ਨੇ, ਇਹ ਗੱਲ ਜਦੋਂ ਮੈਂ ਸੁਣੀ ਸੱਚੇ ਪਾਤਸ਼ਾਹ ਬੜੀ ਹੀ ਕਾਹਲੀ ਦੇ ਨਾਲ ਘੋੜਾ ਬੁਲਾ ਕਰਕੇ ਆਪਣੇ ਕੋਲ ਤੇ ਤੁਹਾਡੇ ਵੱਲ ਭੱਜਾ ਆਇਆ ਸਾਂ। ਸਤਿਗੁਰ ਕਹਿਓ ਨਾ ਮੈਂ ਇਵੇਂ ਆਵਤ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਮੈਂ ਇਸ ਤਰਫ ਸਿੱਖਨ ਪ੍ਰਾਨ ਅੰਤ ਹੋਏ ਜਾਵਤ। ਜੇ ਮੈਂ ਇਧਰਲੀ ਤਰਫ ਨਾ ਆਉਂਦਾ ਬਾਬਾ ਵਿਧੀ ਚੰਦ ਜੀ, ਇਹ ਜਿਹੜੇ ਦੋ ਸਿੱਖ ਸਨ ਇਹ ਪਿਆਸ ਦੇ ਨਾਲ ਮਰ ਜਾਣੇ ਸੀ। ਇਨਹੁ ਬਾਰਨ ਕੇ ਹਿਤ ਧਾਰੇ। ਤੇ ਇਹਨਾਂ ਨੂੰ ਬਚਾਉਣ ਦੇ ਲਈ ਮੈਂ ਛੇਤੀ ਦੇ ਨਾਲ ਘੋੜੇ ਨੂੰ ਭਜਾ ਕਰਕੇ ਇੱਥੇ ਆਣ ਪੁੱਜਾ ਹਾਂ। ਜੇਠ ਦੁਪਹਿਰੇ ਮੈਂ ਉਤਲਾਏ। ਤੇ ਜੇਠ ਦੇ ਦੁਪਹਿਰੇ ਦੇ ਵਿੱਚ ਇਹ ਜਿਹੜੇ ਸਿੱਖ ਸਨ ਦੋਵੇਂ ਬੜੇ ਹੀ ਉਤਸੁਕ ਹੋਏ ਸਨ, ਪਿਆਸ ਦੇ ਨਾਲ ਤੜਫ ਰਹੇ ਸਨ। ਦਇਆ ਸੁਤੰਤ ਹੈ ਤੇ ਚੜ ਚਾਲੇ। ਤੇ ਇਸ ਲਈ
ਘੋੜੇ ਤੇ ਚੜ ਕੇ ਅਸੀਂ ਬੜੀ ਕਾਹਲੀ ਦੇ ਨਾਲ ਆ ਗਏ। ਸਾਧੂ ਸੁਤ ਬਨਤਾ ਜਤ ਨਾਲੇ। ਤੇ ਉਸ ਵੇਲੇ ਸੱਚੇ ਪਾਤਸ਼ਾਹ ਜੀ ਆਪਣੇ ਕੋਲ ਘੋੜਾ ਮੰਗਾਇਆ ਏ। ਘੋੜੇ ਦੇ ਉੱਪਰ ਚੜ ਕੇ ਨਾਲ ਹੀ ਭਾਈ ਸਾਧੂ ਤੇ ਨਾਲ ਉਹਨਾਂ ਦੇ ਪੁੱਤਰ ਤੇ ਪਤਨੀ ਨੂੰ ਲੈ ਕੇ ਉੱਥੋਂ ਚੱਲੇ ਹਨ। ਗੁਰ ਕੇ ਸ਼ਸਤਰ ਬਸਤਰ ਜੋ ਲੀਏ। ਤੇ ਜਿਹੜੇ ਸ਼ਸਤਰ ਬਸਤਰ ਗੁਰੂ ਸਾਹਿਬ ਜੀਆਂ ਨੇ ਭਾਈ ਸਾਧੂ ਦੇ ਪੁੱਤਰ ਨੂੰ ਦਿੱਤੇ ਸਨ, ਸੋ ਸੁਧਾਰ ਸਿਰ ਧਾਰਨ ਕੀਏ। ਉਹ ਜਿਹੜੇ ਸ਼ਸਤਰ ਸਨ ਭਾਈ ਰੂਪ ਚੰਦ ਜੀਆਂ ਨੇ ਸਵਾਰ ਕਰਕੇ ਆਪਣੇ ਸਿਰ ਦੇ ਉੱਪਰ ਟਿਕਾਉਣੇ ਕੀਤੇ ਨੇ। ਸਤਿ ਸੰਗ ਮਹਿ ਪ੍ਰਭੂ ਨਿਹਾਰੇ। ਤੇ ਨਾਲ ਹੀ ਛੇਵੇਂ ਪਾਤਸ਼ਾਹ ਜੀਆਂ ਦੇ ਚਲੇ ਜਾਂਦੇ ਨੇ। ਤੇ ਚੱਲਦਿਆਂ ਚੱਲਦਿਆਂ ਸੱਚੇ ਪਾਤਸ਼ਾਹ ਜੀਆਂ ਨੇ ਭਾਈ ਰੂਪ ਚੰਦ ਦੇ ਵੱਲ ਵੇਖਣਾ ਕੀਤਾ ਏ। ਕਿਰਪਾ ਸਹਿਤ ਬਿਕ ਸੰਤ ਉਚਾਰੇ। ਤੇ ਕਿਰਪਾ ਦੀ ਨਜ਼ਰ ਫੇਰ ਕਰਕੇ ਸੱਚੇ ਪਾਤਸ਼ਾਹ ਜੀਆਂ ਨੇ ਭਾਈ ਰੂਪੇ ਦੇ ਵੱਲ ਵੇਖਣਾ ਕੀਤਾ ਤੇ ਮੁਖ ਚੋਂ ਬਚਨ ਕਹੇ ਨੇ। ਰੂਪ ਚੰਦ ਤੈ ਬਸਤਰ ਨਾ ਪਾਏ। ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਰੂਪ ਚੰਦ, ਇਹ ਜਿਹੜੇ ਸ਼ਸਤਰ ਬਸਤਰ ਤੈਨੂੰ ਅਸਾਂ ਦਿੱਤੇ ਨੇ, ਤੂੰ ਧਾਰਨ ਕਿਉਂ ਨਹੀਂ ਕੀਤੇ? ਇਹ ਸ਼ਸਤਰ ਜੋ ਅੰਗ ਨਾ ਲਾਏ। ਤੇ ਜਿਹੜੇ ਤੈਨੂੰ ਸ਼ਸਤਰ ਅਸੀਂ ਬਖਸ਼ੇ ਨੇ, ਤੂੰ ਆਪਣੇ ਸਰੀਰ ਦੇ ਨਾਲ ਕਿਉਂ ਨਹੀਂ ਲਾਉਣਾ ਕੀਤੇ? ਪਰ ਧਾਰ ਉਠਾਏ ਕਰ ਚਾਲਾ। ਤੇ ਇਹ ਜਿਹੜੇ ਸ਼ਸਤਰ ਤੇ ਬਸਤਰ ਤੂੰ ਆਪਣੇ ਸਿਰ ਦੇ ਉੱਪਰ ਚੁੱਕ ਕਰਕੇ ਨਾਲ ਹੀ ਚੱਲ ਪਿਆ ਏ। ਨਾ ਪਹਿਰ ਪਾਪ ਵੀਰ ਵਿਸਾਲਾ। ਇਹ ਜਿਹੜੇ ਸ਼ਸਤਰ ਬਸਤਰ ਤੂੰ ਧਾਰਨ ਕਿਉਂ ਨਹੀਂ ਕੀਤੇ? ਤੂੰ ਬੜਾ ਹੀ ਤਗੜਾ ਸੂਰਮਾ ਹੈ। ਰੂਪ ਚੰਦ ਕਰ ਜੋਰ ਉਚਾਰਾ। ਤੇ ਫਿਰ ਭਾਈ ਰੂਪ ਚੰਦ ਜੀਆਂ ਨੇ ਸੱਚੇ ਪਾਤਸ਼ਾਹ ਜੀਆਂ ਦੇ ਅੱਗੇ ਆਪਣੇ ਦੋਵੇਂ ਹੱਥਾਂ ਨੂੰ ਜੋੜ ਕਰਕੇ ਮੁਖ ਦੇ ਵਿੱਚੋਂ ਬਚਨ ਕਹੇ ਹਨ। ਮੈਂ ਦਾਸਨ ਕੋ ਦਾਸ ਵਿਚਾਰਾ। ਇਹ ਸੱਚੇ ਪਾਤਸ਼ਾਹ ਜੀ, ਮੈਂ ਆਪਣੇ ਆਪ ਨੂੰ ਤੁਹਾਡੇ ਦਾਸਾਂ ਦਾ ਵੀ ਦਾਸ ਜਾਣਿਆ ਸੀ। ਤੁਸ਼ ਜੀਵ ਮਤ ਮੰਦ ਮਲੀਨਾ। ਮੈਂ ਤੁਸ਼ ਜੀਵ ਹਾਂ ਸੱਚੇ ਪਾਤਸ਼ਾਹ, ਮੇਰੀ ਬੁੱਧੀ ਜਿਹੜੀ ਹੈ ਮੈਲ ਦੇ ਨਾਲ ਭਰੀ ਹੋਈ ਹੈ। ਸਬਦ ਗਿਆਨ ਗੁਣ ਬਣਤੇ ਹੀਨਾ। ਇਹ ਸੱਚੇ ਪਾਤਸ਼ਾਹ, ਮੇਰੇ ਕੋਲ ਕੋਈ ਗਿਆਨ ਨਹੀਂ, ਮੈਂ ਗਿਆਨ ਤੋਂ ਹੀਨ ਮੂਰਖ ਹਾਂ। ਸਬਦ ਕਰਤਾ ਹਰਤਾ ਸੁਆਮੀ। ਸੱਚੇ ਪਾਤਸ਼ਾਹ ਜੀ, ਤੁਸੀਂ ਸਾਰੇ ਹੀ ਜਗ ਨੂੰ ਰਚਣ ਵਾਲੇ ਹੋ, ਖਿਨ ਪਲ ਸਮੇਂ ਦੇ ਵਿੱਚ ਨਾਸ਼ ਕਰਨ ਵਾਲੇ ਹੋ ਜੀ। ਚਾਹੋ ਸੋ ਕਰਿਓ ਅੰਤਰ ਜਾਮੀ। ਤੁਸੀਂ ਜੋ ਵੀ ਚਾਹੁੰਦੇ ਹੋ ਸੱਚੇ ਪਾਤਸ਼ਾਹ ਖਿਨ ਪਲ ਦੇ ਵਿੱਚ ਹੀ ਕਰ ਦਿੰਦੇ ਹੋ। ਸ਼ਸਤਰ ਬਸਤਰ ਜੋ ਤੁਮ ਤਨ ਕੇਰੇ। ਇਹ ਸੱਚੇ ਪਾਤਸ਼ਾਹ, ਇਹ ਜਿਹੜੇ ਸ਼ਸਤਰ ਤੇ ਬਸਤਰ ਜਿਹੜੇ ਤੁਸੀਂ ਆਪਣੇ ਸਰੀਰ ਤੇ ਧਾਰਨ ਕਰਦੇ ਸੀ, ਇਹ ਜਿਹੜੇ ਸ਼ਸਤਰ ਹਨ, ਸੁਖ ਦਸੋ ਪੂਜਿਓ ਮਾਨ ਹੈ ਮੇਰੇ। ਇਹ ਤਾਂ ਮੇਰੇ ਪੂਜਣ ਯੋਗ ਨੇ ਸੱਚੇ ਪਾਤਸ਼ਾਹ। ਤੁਸੀਂ ਦੀਨ ਦੁਨੀ ਦੇ ਮਾਲਕ ਹੋ, ਤੁਹਾਡੇ ਸਰੀਰ ਦੇ ਬਸਤਰ ਨੇ ਤੇ ਤੁਹਾਡੇ ਸ਼ਸਤਰ ਨੇ, ਇਹ ਮੇਰੇ ਲਈ ਪੂਜਣ ਯੋਗ ਹਨ। ਇਤੀ ਬੇਅਦਬੀ ਕਿਮ ਬਣ ਆਵੇ। ਇਹ ਸੱਚੇ ਪਾਤਸ਼ਾਹ ਜੀ, ਇੰਨੀ ਬੇਅਦਬੀ ਕਿਵੇਂ ਬਣ ਆਉਂਦੀ ਹੈ? ਤੁਮ ਸਮ ਜਾਨ ਪੂਜ ਕੋ ਭਾਵੈ। ਇਹ ਜਿਹੜੇ ਸ਼ਸਤਰ ਬਸਤਰ ਹਨ, ਮੈਂ ਆਪਣੇ ਸਰੀਰ ਤੇ ਧਾਰਨ ਨਹੀਂ ਕਰ ਸਕਦਾ ਸੱਚੇ ਪਾਤਸ਼ਾਹ। ਤੁਹਾਡੇ ਸਮਾਨ ਸਮਝ ਕਰਕੇ ਹੀ ਮੈਂ ਇਹਨਾਂ ਸ਼ਸਤਰਾਂ ਨੂੰ ਤੇ ਬਸਤਰਾਂ ਨੂੰ ਪੂਜਣਾ ਕਰਾਂਗਾ। ਸ੍ਰੀ ਹਰਿ ਗੋਬਿੰਦ ਭਗਤ ਪਛਾਨੇ। ਤੇ ਛੇਵੇਂ ਪਾਤਸ਼ਾਹ ਜੀਆਂ ਨੇ ਭਾਈ ਰੂਪ ਚੰਦ ਜੀਆਂ ਨੂੰ ਜਾਣਿਆ ਕਿ ਭਗਤੀ ਦੇ ਵਿੱਚ ਮਸਤ ਹਨ। ਐਸੇ ਭਾਈ ਰੂਪ ਚੰਦ ਜੀ ਜਿਹੜੇ ਸ਼ਸਤਰਾਂ ਦੀ ਵੀ ਪੂਜਾ ਕਰਦੇ ਨੇ, ਬਸਤਰਾਂ ਦੀ ਵੀ ਪੂਜਾ ਕਰਦੇ ਨੇ, ਕਿਉਂਕਿ ਬਾਣੀ ਦੇ ਫਰਮਾਨ ਹਨ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਵੀ ਜਿੱਥੇ ਮੇਰੇ ਸਾਹਿਬ ਦੇ ਚਰਨ ਪੈ ਜਾਣ, ਉਹਦੇ ਅੰਗ ਛੂਹੇ ਜਾਣ, ਉਹ ਜਿਹੜੀਆਂ ਚੀਜ਼ਾਂ ਵਸਤੂਆਂ, ਉਹ ਜਿਹੜੀ ਜਗ੍ਹਾ ਹੈ, ਉਹ ਪੂਜਣ ਯੋਗ ਹਨ। ਇਸ ਲਈ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀਆਂ ਦੇ ਵੀ ਬਚਨ ਹਨ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਸ਼ਸਤਰ ਹਨ ਸਾਡੇ ਪੀਰ ਨੇ। ਦਸਮ ਬਾਣੀ ਦੇ ਵਿੱਚ ਸਾਹਿਬਾਂ ਜੀ ਫਰਮਾਨ ਕਰਦੇ ਨੇ, ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ, ਸੈਫ ਸਰੋਹੀ ਸਹਤੀ ਯਹ ਹਮਾਰੇ ਪੀਰ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਸ਼ਸਤਰ ਨੇ, ਹਥਿਆਰ ਨੇ, ਇਹ ਸਾਡੇ ਪੀਰ ਹਨ ਤੇ ਪੀਰ ਸਮਾਨ ਸਮਝ ਕਰਕੇ ਇਹਨਾਂ ਦੀ ਪੂਜਾ ਕੀਤੀ ਜਾਵੇ। ਪਰ ਅੱਜ ਸਾਡੇ ਮਨ ਦੇ ਵਿੱਚ ਕੋਈ ਐਸੇ ਸ਼ੰਕੇ ਆ ਗਏ ਨੇ ਕਿ ਸੱਚੇ ਪਾਤਸ਼ਾਹ ਜੀਆਂ ਦੇ ਇਹਨਾਂ ਸ਼ਸਤਰਾਂ ਦੀ ਵੀ ਪੂਜਾ ਕਰਨ ਨੂੰ ਅਸੀਂ ਮਨਮਤ ਕਹਿ ਦਿੰਦੇ ਆ, ਇਹ ਜੀ ਮਨਮਤ ਹੈ। ਪਰ ਇੱਥੇ ਸਪਸ਼ਟ ਹੋ ਗਿਆ ਕਿਵੇਂ ਭਾਈ ਰੂਪ ਚੰਦ ਜੀਆਂ ਨੇ ਸੱਚੇ ਪਾਤਸ਼ਾਹ ਜੀਆਂ ਨੂੰ ਕਿਹਾ, ਸੱਚੇ ਪਾਤਸ਼ਾਹ ਤੁਹਾਡੇ ਜਿਹੜੇ ਸ਼ਸਤਰ ਹਨ, ਵਸਤਰ ਹਨ, ਇਹ ਪੂਜਣ ਯੋਗ ਨੇ, ਇਹਨਾਂ ਦੀ ਮੈਂ ਪੂਜਾ ਕਰਾਂਗਾ। ਪਰ ਸਾਡੇ ਮਨ ਦੇ ਵਿੱਚ ਐਸੇ ਸ਼ੰਕੇ ਆ ਗਏ, ਜ਼ਿਆਦਾ ਪੜ੍ਹਦੇ ਹੋਏ ਅਸੀਂ ਅਨਪੜ੍ਹ ਬਣਦੇ ਜਾ ਰਹੇ ਹਾਂ। ਗੁਰੂ ਘਰ ਦੇ ਵਿੱਚ ਵੀ ਜੇ ਕੋਈ ਨਿਸ਼ਾਨ ਸਾਹਿਬ ਦੀਆਂ ਪਰਿਕਰਮਾ ਕਰ ਦੇਵੇ ਤੇ ਲੋਕ ਕਹਿ ਦਿੰਦੇ ਨੇ ਇਹ ਜੀ ਮਤ ਆਪਣੀ ਵਰਤਦੇ ਨੇ, ਮਨਮਤ ਕਰਦੇ ਨੇ। ਇਹ ਸਿੱਖ ਪੈਪ ਨੂੰ ਮੱਥਾ ਟੇਕੀ ਜਾਂਦੇ ਨੇ, ਪਰ ਪੈਪ ਨੂੰ ਵੇਖ ਲੈਂਦੇ ਨੇ, ਉਹਦੇ ਉੱਪਰ ਲੱਗਾ ਜਿਹੜਾ ਪਿਓ ਦਾ ਖੰਡਾ ਹੈ ਉਹਦੇ ਵੱਲ ਧਿਆਨ ਨਹੀਂ ਜਾਂਦਾ ਵੀ ਜਿਹੜਾ ਉੱਤੇ ਖੰਡਾ ਲੱਗਾ ਹੋਇਆ ਹੈ ਪਿਓ ਦਾ ਬਖਸ਼ਿਸ਼ ਕੀਤਾ ਹੋਇਆ, ਉਹਦੀ ਪੂਜਾ ਹੋ ਰਹੀ ਹੈ। ਸੱਚੇ ਪਾਤਸ਼ਾਹ ਜੀਆਂ ਨੇ ਕਿਹਾ ਹਥਿਆਰਾਂ ਦੀ, ਸ਼ਸਤਰਾਂ ਦੀ ਪੂਜਾ ਕਰੋ ਤੇ ਨਿਸ਼ਾਨ ਸਾਹਿਬ ਦੇ ਉੱਪਰ ਉਸ ਪਿਓ ਦਾ ਖੰਡਾ ਲੱਗਾ ਹੋਇਆ ਹੈ, ਉਹਦੇ ਵੱਲ ਧਿਆਨ ਮਾਰ ਕੇ ਉਹਦੀਆਂ ਪਰਿਕਰਮਾ ਕਰਦੇ ਨੇ। ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਦਾ ਜੇ ਜੀਵਨ ਪੜ੍ਹਿਆ ਜਾਵੇ ਤੇ ਮਹਾਂਪੁਰਖ ਕਹਿੰਦੇ ਸਨ ਨਿਸ਼ਾਨ ਸਾਹਿਬ ਦੀਆਂ ਪਰਿਕਰਮਾ ਕਰਿਆ ਕਰੋ। ਤੇ ਕਈਆਂ ਨੇ ਪੁੱਛਿਆ ਮਹਾਂਪੁਰਖੋ ਕਿਉਂ ਕਰੀਏ? ਤੇ ਮਹਾਂਪੁਰਖ ਕਹਿਣ ਲੱਗੇ ਨਿਸ਼ਾਨ ਸਾਹਿਬ ਦੇ ਕੋਲ ਹਮੇਸ਼ਾ ਹੀ 5 ਸ਼ਹੀਦਾਂ ਸਿੰਘਾਂ ਦਾ ਪਹਿਰਾ ਹੁੰਦਾ ਹੈ ਤੇ ਇਹਨਾਂ 5 ਸ਼ਹੀਦਾਂ ਸਿੰਘਾਂ ਦੇ ਕੋਲ ਆ ਕੇ ਗੱਜ ਕੇ ਫਤਿਹ ਬੁਲਾਇਆ ਕਰੋ ਤੇ ਸੀਸ ਝੁਕਾਇਆ ਕਰੋ। ਮਹਾਂਪੁਰਖ ਆਪ ਵੀ 5 ਪਰਿਕਰਮਾ ਨਿਸ਼ਾਨ ਸਾਹਿਬ ਦੀਆਂ ਕਰਿਆ ਕਰਦੇ ਸਨ। ਪਰ ਅੱਜ ਸਾਡੇ ਮਨ ਦੇ ਵਿੱਚ ਸ਼ੰਕੇ ਵੜ ਗਏ ਨੇ, ਗੁਰੂ ਤੋਂ ਟੁੱਟਦੇ ਜਾ ਰਹੇ ਹਾਂ। ਪਰ ਪਹਿਲੇ ਜਿਹੜੇ ਸਿੰਘ ਸਨ ਗੁਰੂ ਤੇ ਯਕੀਨ ਸੀ, ਗੁਰੂ ਦੀਆਂ ਨਿੱਕੀਆਂ ਤੋਂ ਨਿੱਕੀਆਂ ਚੀਜ਼ਾਂ ਨੂੰ ਵੀ ਆਪਣੇ ਮੱਥੇ ਤੇ ਲਾਉਂਦੇ ਸਨ। ਇਸ ਲਈ ਐਸੇ ਬ੍ਰਹਮ ਗਿਆਨੀ ਸਨ, ਐਸੇ ਮਰਦ ਸੂਰਮੇ ਸਨ। ਅੱਜ ਇਸੇ ਗੱਲ ਦੀ ਢਲਾਈ ਕਰਕੇ ਸਾਡੇ ਜਿਹੜੇ ਜੀਵਨ ਹਨ ਥੱਲੇ ਜਾ ਰਹੇ ਨੇ। ਬਾਬਾ ਰੂਪ ਚੰਦ ਜੀਆਂ ਨੇ ਇਸੇ ਤਰ੍ਹਾਂ ਕਿਹਾ, ਸੱਚੇ ਪਾਤਸ਼ਾਹ ਜੀ ਇਹ ਜਿਹੜੇ ਸ਼ਸਤਰ ਹਨ, ਵਸਤਰ ਹਨ, ਇਹ ਤੁਹਾਡੀ ਬਖਸ਼ਿਸ਼ ਕੀਤੇ ਹੋਏ ਨੇ, ਤੁਹਾਡੇ ਸਰੀਰ ਦੇ ਨਾਲ ਛੋਏ ਹੋਏ ਨੇ, ਇਸ ਕਰਕੇ ਇਹਨਾਂ ਦੀ ਮੈਂ ਪੂਜਾ ਕਰਾਂਗਾ, ਇਹਨਾਂ ਅੱਗੇ ਸੀਸ ਝੁਕਾਉਣਾ ਕਰਾਂਗਾ। ਪਰ ਸਾਡੇ ਮਨ ਦੇ ਵਿੱਚ ਐਸੇ ਸ਼ੰਕੇ ਨੇ। ਅੱਜ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਵੀ ਕਈ ਕਹਿ ਦਿੰਦੇ ਨੇ ਇਹ ਜੀ ਇਹਨਾਂ ਨੂੰ ਰੁਮਾਲਿਆਂ ਦੇ ਵਿੱਚ ਬੰਨ੍ਹ ਕੇ ਰੱਖ ਦਿੰਦੇ ਨੇ, ਇਹ ਤਾਂ ਕੇਵਲ ਪੜ੍ਹਨ ਦਾ ਜ਼ਰੀਆ ਹੈ, ਇਹਨਾਂ ਰੁਮਾਲਿਆਂ ਦੇ ਵਿੱਚ ਬੰਨ੍ਹਿਆ ਕੀ ਹੋਣਾ ਹੈ। ਪਰ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਉਹਨਾਂ ਦਾ ਜੀਵਨ ਪੜ੍ਹੀਏ ਤੇ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਸਾਖੀ ਬੜੀ ਸੋਹਣੀ ਆਉਂਦੀ ਹੈ ਕਿ ਸੰਤ ਬਾਬਾ ਸੁੰਦਰ ਸਿੰਘ ਜੀ ਮਹਾਂਪੁਰਖ ਸ਼ਾਮ ਦਾ ਸਮਾਂ ਰਹਿਰਾਸ ਸਾਹਿਬ ਜੀਆਂ ਦਾ ਜਾਪ ਹੋਇਆ, ਦੀਵਾਨ ਸਜਿਆ ਸੰਧਿਆ ਸਮੇਂ ਦਾ, ਤੇ ਇੱਕ ਉਦਾਸੀ ਸੰਤ ਪੰਡਾਲ ਦੇ ਵਿੱਚ ਬੈਠਾ ਸੀ। ਤੇ ਜਦੋਂ ਮਹਾਂਪੁਰਖਾਂ ਨੇ ਅਰਦਾਸ ਕੀਤੀ ਕਿ ਗੁਰੂ ਗ੍ਰੰਥ ਜੀ ਮਾਨੀਐ ਪ੍ਰਗਟ ਗੁਰਾਂ ਕੀ ਦੇ, ਇਹ ਗੱਲ ਨੂੰ ਸੁਣ ਕੇ ਉਸ ਉਦਾਸੀ ਦੇ ਮਨ ਦੇ ਵਿੱਚ ਆਇਆ ਵੀ ਇਹ ਤਾਂ ਕੇਵਲ ਇੱਕ ਕਿਤਾਬ ਹੈ, ਜਿਵੇਂ ਅੱਜ ਕਈ ਕਹਿੰਦੇ ਨੇ ਇਹ ਜੀ ਇਹ ਕਿਤਾਬ ਹੀ ਹੈ, ਇਹਦੇ ਪੰਨੇ ਨੇ। ਪਰ ਮਹਾਂਪੁਰਖ ਕਹਿੰਦੇ ਨੇ ਇਹਨਾਂ ਦੇ ਅੰਗ ਨੇ, ਪੰਨੇ ਨਹੀਂ ਕਹੇ ਜਾਂਦੇ। ਗੁਰੂ ਗ੍ਰੰਥ ਸਾਹਿਬ ਜੀ ਜਦੋਂ ਦੇਹ ਕਹਿ ਦਿੱਤਾ ਤਾਂ ਦੇਹ ਦੇ ਅੰਗ ਹੁੰਦੇ ਨੇ। ਇਸੇ ਤਰੀਕੇ ਦਾ ਸ਼ੰਕਾ ਕੀਤਾ ਉਸ ਉਦਾਸੀ ਨੇ ਮਨ ਵਿੱਚ ਜੀ। ਜਦੋਂ ਸੰਧਿਆ ਸਮੇਂ ਦਾ ਦੀਵਾਨ ਦੀ ਸਮਾਪਤੀ ਹੋਈ ਤੇ ਸਮਾਪਤੀ ਤੋਂ ਬਾਅਦ ਉਦਾਸੀ ਸੰਤ ਮਹਾਂਪੁਰਖਾਂ ਦੇ ਕੋਲ ਆਇਆ, ਕਹਿਣ ਲੱਗਾ ਮਹਾਂਪੁਰਖੋ ਤੁਸੀਂ ਕਹਿੰਦੇ ਹੋ ਇਹ ਪ੍ਰਗਟ ਗੁਰਾਂ ਕੀ ਦੇਹ ਹੈ ਗੁਰੂ ਗ੍ਰੰਥ ਸਾਹਿਬ ਨੂੰ, ਤੇ ਮਹਾਂਪੁਰਖ ਕਹਿੰਦੇ ਨੇ ਸੱਚੀ ਗੱਲ ਹੈ। ਕਹਿਣ ਲੱਗਾ ਜੀ ਇਹ ਤਾਂ ਇੱਕ ਕਿਤਾਬ ਹੈ, ਕੇਵਲ ਇਹਦੇ ਪੰਨੇ ਹਨ, ਜੇ ਦੇਹ ਹੋਵੇ ਤਾਂ ਦੇਹ ਦੇ ਅੰਗ ਵੀ ਹੁੰਦੇ ਨੇ। ਮਹਾਂਪੁਰਖ ਕਹਿਣ ਲੱਗੇ ਪ੍ਰਗਟ ਗੁਰਾਂ ਕੀ ਦੇਹ ਹੈ। ਕਹਿਣ ਲੱਗਾ ਜੀ ਜੇ ਤਾਂ ਦੇਹ ਹੈ ਗੁਰਾਂ ਕੀ ਤਾਂ ਫਿਰ ਜਿਹੜੇ ਸਰੀਰ ਹੁੰਦੇ ਨੇ, ਦੇਹ ਹੁੰਦੀ ਉਹ ਸਾਹ ਵੀ ਲੈਂਦੀ ਹੈ। ਮਨ ਦੇ ਵਿੱਚ ਸ਼ੰਕਾ ਆ ਗਿਆ ਤੇ ਮਹਾਂਪੁਰਖ ਕਹਿਣ ਲੱਗੇ ਤੈਨੂੰ ਮਨ ਤੇਰੇ ਦਾ ਸ਼ੰਕਾ ਨਿਵਰਤ ਕੀਤਾ ਜਾਵੇਗਾ। ਸੱਚੇ ਪਾਤਸ਼ਾਹ ਜੀ ਸਾਹ ਵੀ ਲੈਂਦੇ ਨੇ,
ਉਹ ਕਹਿਣ ਲੱਗਾ ਜੀ ਕਿਵੇਂ ਮੈਨੂੰ ਦਿਖਾਇਆ ਜਾਵੇ। ਜਦੋਂ ਉਸ ਉਦਾਸੀ ਨੂੰ ਨਾਲ ਲੈ ਕਰਕੇ ਸੁਖਾਸਣ ਕਮਰੇ 'ਚ ਗਏ ਤੇ ਜਾ ਕਰਕੇ ਉਦਾਸੀ ਨੂੰ ਕਹਿਣ ਲੱਗੇ, ਭਾਈ ਹੁਣ ਸਾਹਿਬਾਂ ਜੀਆਂ ਦਾ ਸੁਖ ਆਸਣ ਹੋਇਆ ਹੈ, ਮਹਾਰਾਜ ਵਿਸ਼ਰਾਮ ਕਰ ਰਹੇ ਨੇ। ਕਹਿਣ ਲੱਗਾ ਜੀ ਮੈਂ ਆਪਣੇ ਮਨ ਦਾ ਸ਼ੰਕਾ ਦੂਰ ਕਰਨਾ ਹੈ। ਮਹਾਂਪੁਰਖ ਕਹਿਣ ਲੱਗੇ ਹੁਣ ਮਹਾਰਾਜ ਵਿਸ਼ਰਾਮ ਕਰਦੇ ਨੇ, ਇਹਨਾਂ ਨੂੰ ਜਗਾਉਣਾ ਉਚਿਤ ਨਹੀਂ। ਕਹਿਣ ਲੱਗਾ ਜੀ ਮੇਰੇ ਮਨ ਦਾ ਸ਼ੰਕਾ ਫਿਰ ਕਿਵੇਂ ਨਿਵਰਤ ਹੋਵੇਗਾ। ਤੇ ਮਹਾਂਪੁਰਖ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਉੱਪਰ ਹੱਥ ਧਰ ਕੇ ਕੁਝ ਮਹਿਸੂਸ ਕਰਨਾ ਕਰ। ਕਹਿਣ ਲੱਗਾ ਜੀ ਕਿਵੇਂ ਕੀ ਕਰਾਂ। ਮਹਾਂਪੁਰਖ ਕਹਿਣ ਲੱਗੇ ਜਦੋਂ ਕੋਈ ਬੰਦਾ ਸੁੱਤਾ ਹੁੰਦਾ ਹੈ ਨਾ ਤੇ ਉਹਦੇ ਸਰੀਰ ਦੇ ਉੱਪਰ ਹੱਥ ਰੱਖੀਏ ਤੇ ਉਹਦੇ ਸਵਾਸ ਚੱਲਣ ਦੀ ਜਿਹੜੀ ਹੈ ਵਿਧੀ, ਉਹਦੇ ਸਵਾਸ ਚੱਲਦੇ ਪਤਾ ਲੱਗਦੇ ਨੇ। ਉਸੇ ਤਰੀਕੇ ਨਾਲ ਉਸ ਉਦਾਸੀ ਨੇ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਉੱਪਰ ਜਦੋਂ ਹੱਥ ਧੋ ਕਰਕੇ ਆਪਣਾ ਹੱਥ ਰੱਖਿਆ ਤੇ ਕੀ ਮਹਿਸੂਸ ਕੀਤਾ ਕਿ ਜਿਵੇਂ ਕਿਸੇ ਦੇ ਸਵਾਸ ਚੱਲਦੇ ਹੋਣ। ਇਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਵਿੱਚੋਂ ਵੀ ਸਵਾਸ ਚੱਲ ਰਹੇ ਨੇ। ਇਹ ਗੱਲ ਵੇਖ ਕਰਕੇ ਉਹ ਉਦਾਸੀ ਜਿਹੜਾ ਚਰਨਾਂ ਉੱਪਰ ਜਾ ਕੇ ਢਹਿ ਪਿਆ, ਬੜਾ ਹੀ ਤੜਫ ਕਰਕੇ ਰੋਇਆ। ਕਹਿਣ ਲੱਗਾ ਮਹਾਂਪੁਰਖੋ ਮੇਰੇ ਮਨ ਦੇ ਵਿੱਚ ਸ਼ੰਕਾ ਆ ਗਿਆ ਸੀ, ਤੁਸੀਂ ਸ਼ੰਕੇ ਨੂੰ ਨਿਵਰਤ ਕੀਤਾ ਹੈ। ਇਸ ਲਈ ਮਹਾਂਪੁਰਖ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਭਾਵੇਂ ਕੋਈ ਚੋਲਾ ਹੈ, ਭਾਵੇਂ ਕੋਈ ਵਸਤਰ ਹੈ, ਉਹਦਾ ਵੀ ਸਤਿਕਾਰ ਰੱਜ ਕੇ ਕੀਤਾ ਜਾਵੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਗਟ ਗੁਰਾਂ ਕੀ ਦੇਹ ਹੈ। ਤੇ ਮਹਾਰਾਜ ਜੀਆਂ ਨੂੰ ਪ੍ਰਗਟ ਗੁਰਾਂ ਕੀ ਦੇਹ ਜਾਣ ਕੇ ਸਦਾ ਹੀ ਸਤਿਕਾਰ ਕਰਨਾ ਚਾਹੀਦਾ ਹੈ। ਇਸ ਤਰੀਕੇ ਨਾਲ ਜਿਹੜੇ ਪੁਰਾਣੇ ਸਿੰਘ ਹੁੰਦੇ ਸਨ ਮਹਾਰਾਜ ਜੀਆਂ ਦਾ ਸਤਿਕਾਰ ਕਰਦੇ ਸਨ। ਪਰ ਅੱਜ ਆਪਾਂ ਜ਼ਿਆਦਾ ਪੜ੍ਹ ਕਰਕੇ ਪੜ੍ਹੇ ਲਿਖੇ ਅਨਪੜ੍ਹ ਹੋ ਗਏ ਹਾਂ। ਗੁਰੂ ਸਾਹਿਬ ਜੀਆਂ ਤੋਂ ਯਕੀਨ ਟੁੱਟ ਗਿਆ ਹੈ ਸਾਡਾ। ਅਸੀਂ ਕਹਿ ਦਿੰਦੇ ਆ ਇਹ ਜੀ ਇਹਨਾਂ ਦੇ ਰੁਮਾਲਿਆਂ ਦਾ ਕੀ ਫਾਇਦਾ, ਚੌਰ ਕਰਨ ਦਾ ਕੀ ਫਾਇਦਾ, ਇਹ ਤਾਂ ਕੇਵਲ ਕਿਤਾਬ ਹੈ। ਪਰ ਮਹਾਂਪੁਰਖ ਕਹਿੰਦੇ ਸਨ ਐਸਾ ਕਦੀ ਮਨ ਦੇ ਵਿੱਚ ਸੋਚਣਾ ਨਹੀਂ। ਇਸੇ ਤਰੀਕੇ ਨਾਲ ਭਾਈ ਰੂਪ ਚੰਦ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਤੁਹਾਡੇ ਸ਼ਸਤਰਾਂ ਦਾ, ਤੁਹਾਡੇ ਵਸਤਰਾਂ ਦਾ ਮੈਂ ਸਤਿਕਾਰ ਕਰਾਂਗਾ, ਪੂਜਾ ਕਰਨੀ ਕਰਾਂਗਾ ਜੀ। ਸ੍ਰੀ ਹਰਿਗੋਬਿੰਦ ਭਗਤ ਪਛਾਨੇ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੇ ਪਛਾਣ ਲਿਆ ਵੀ ਇਸ ਸਿੱਖ ਦੇ ਮਨ ਦੇ ਵਿੱਚ ਬੜੀ ਹੀ ਪ੍ਰੇਮ ਭਰੀ ਜਿਹੜੀ ਭਗਤੀ ਹੈ ਜੀ। ਸੁਨ ਪ੍ਰਸੰਨ ਹੋਇ ਬਾਤ ਬਖਾਨੇ। ਤੇ ਸੱਚੇ ਪਾਤਸ਼ਾਹ ਜੀ ਐਸੇ ਭਗਤੀ ਭਰੇ ਜਿਹੜੇ ਬੋਲਾਂ ਨੂੰ ਸੁਣ ਕੇ ਬੜੇ ਹੀ ਖੁਸ਼ ਹੋਏ ਹਨ। ਕਰਹੁ ਨ ਦੇਖ ਜੋ ਦਈ ਹਮਾਰੀ। ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਭਾਈ ਰੂਪਾ ਜੀ ਇਹ ਜਿਹੜੀ ਤੁਹਾਨੂੰ ਤੇਗ ਖੜਗ ਦਿੱਤੀ ਹੋਈ ਹੈ ਆਪਣੇ ਸਰੀਰ ਦੇ ਉੱਪਰ ਭਾਵੇਂ ਧਾਰਨ ਨਾ ਕਰਿਓ। ਤਉ ਹੋਏ ਰਸਨਾ ਤੇਗ ਤੁਮਾਰੀ। ਇਹ ਭਾਈ ਸਾਹਿਬ ਜੀ ਜੇ ਤੁਸੀਂ ਇਸ ਖੜਗ ਨੂੰ ਆਪਣੇ ਸਰੀਰ ਤੇ ਧਾਰਨ ਨਹੀਂ ਕਰੋਗੇ ਤੇ ਤੁਹਾਡੀ ਜਿਹੜੀ ਰਸਨਾ ਹੈ, ਅੱਜ ਤੋਂ ਸਾਡੇ ਬਚਨ ਨੇ, ਤੁਹਾਡੀ ਜਿਹੜੀ ਰਸਨਾ ਹੈ ਇਹ ਤਲਵਾਰ ਦੀ ਤਰ੍ਹਾਂ ਚੱਲਿਆ ਕਰੇਗੀ। ਜਿਸਕੇ ਸਰਾਪ ਹੋ ਬਿਲਮ ਨ ਹੋਏ। ਜਿਹਨੂੰ ਵੀ ਤੁਸੀਂ ਆਪਣੇ ਮੁਖ ਦੇ ਵਿੱਚੋਂ ਕੋਈ ਵਰ ਦੇ ਦਵੋਗੇ ਜਾਂ ਕੋਈ ਐਸਾ ਬੋਲ ਕਹਿ ਦਵੋਗੇ ਜਿਸ ਬੋਲ ਨੂੰ ਸੁਣ ਕਰਕੇ ਜੇ ਚੰਗਾ ਬੋਲ ਕਹਿ ਦਵੋਗੇ, ਕੋਈ ਵਰ ਦੇ ਦਵੋਗੇ ਤੇ ਉਸੇ ਸਮੇਂ ਹੀ ਤੁਹਾਡਾ ਵਰ ਪੂਰਾ ਹੋ ਜਾਵੇਗਾ। ਤੇ ਜੇ ਕਿਸੇ ਨੂੰ ਥੋੜਾ ਗੁੱਸੇ ਦੇ ਨਾਲ ਬਚਨ ਕਹਿ ਦਵੋਗੇ ਉਹਦੀਆਂ ਪੁਸ਼ਤਾਂ ਨਾਸ਼ ਹੋ ਜਾਣਗੀਆਂ ਜੀ। ਪ੍ਰਾਨ ਅੰਤ ਤਤ ਸਿਮਹਿ ਸੋਏ। ਤੇ ਉਸ ਸਮੇਂ ਹੀ ਉਸ ਬੰਦੇ ਦੇ ਜਿਹੜੇ ਪ੍ਰਾਣ ਹਨ ਨਾਸ਼ ਹੋ ਜਾਣਗੇ। ਖੜਗ ਚੱਲਣ ਦੇ ਨਾਲ ਤਾਂ ਬੰਦਾ ਕੁਝ ਸਮੇਂ ਦੇ ਲਈ ਤੜਫੇਗਾ ਤਲਵਾਰ ਦੇ ਵਾਰ ਨਾਲ, ਪਰ ਇਹ ਭਾਈ ਸਾਹਿਬ ਜੀ ਜਦੋਂ ਤੁਹਾਡੀ ਰਸਨਾ ਦੇ ਵਿੱਚੋਂ ਕੋਈ ਬੋਲ ਨਿਕਲੇਗਾ ਉਸ ਬੋਲ ਦੇ ਨਾਲ ਤਲਵਾਰ ਦੀ ਮਾਰ ਤੋਂ ਪਹਿਲਾਂ ਹੀ ਉਹ ਬੰਦਾ ਉੱਥੇ ਨਾਸ਼ ਹੋ ਜਾਵੇਗਾ, ਮਰ ਜਾਵੇਗਾ। ਤੇ ਚਤਰ ਕੋਸ ਚੱਲ ਆਏ। ਇਸੇ ਲਈ ਅਸੀਂ ਤੁਹਾਡੇ ਕੋਲ ਇੰਨੀਆਂ ਕੋਹਾਂ ਤੋਂ ਚੱਲ ਕਰਕੇ ਆਏ ਹਾਂ। ਇੱਦਾਂ ਵਿਚਾਰ ਕਰਦਿਆਂ ਸੱਚੇ ਪਾਤਸ਼ਾਹ ਜੀ ਉਸ ਜਗ੍ਹਾ ਤੋਂ ਚੱਲਦੇ ਹੋਏ 4 ਕੋਹਾਂ ਅੱਗੇ ਆਏ ਹਨ। ਸੁੰਦਰ ਧਰਨੀ ਤਹਿ ਮਿਰਸਾਏ। ਤੇ ਉੱਥੇ ਆ ਕਰਕੇ
ਇੱਕ ਬੜੀ ਹੀ ਸੋਹਣੀ ਜਗ੍ਹਾ ਨੂੰ ਵੇਖਣਾ ਕੀਤਾ ਏ। ਤੇਰਾ ਕਰਤ ਭਏ ਗੁਣ ਖਾਨੀ। ਉਸ ਜਗ੍ਹਾ ਤੇ ਆ ਕੇ ਗੁਣਾਂ ਦੀ ਖਾਨ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਨੇ ਆਪਣਾ ਡੇਰਾ ਕੀਤਾ ਹੈ। ਰਚੋ ਗ੍ਰਾਮ ਇਹ ਠਾਂ ਕਹਿ ਬਾਨੀ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਸਾਧੂ ਜੀ, ਇਸ ਜਗ੍ਹਾ ਦੇ ਉੱਪਰ ਆਪਣਾ ਨਵਾਂ ਨਗਰ ਜਿਹੜਾ ਹੈ ਉਹ ਬਣਾਉਣਾ ਕਰੋ। ਜਬ ਸੰਧਿਆ ਹੋਈ ਤਹਿ ਆਏ। ਜਦੋਂ ਸ਼ਾਮ ਦਾ ਸਮਾਂ ਹੋ ਗਿਆ, ਫਿਰ ਉੱਥੇ ਜਿਹੜੇ ਦੂਸਰੇ ਸਿੰਘ ਸਨ ਉਹ ਵੀ ਆਏ ਹਨ। ਪੈਂਦੇ ਖਾਨ ਸੋ ਭੱਟ ਸਮੁਦਾਏ। ਕਵੀ ਜੀ ਕਹਿੰਦੇ ਜਿਹੜੇ ਸੂਰਮੇ ਪੈਂਦੇ ਖਾਂ ਦੇ ਨਾਲ ਚੱਲ ਕੇ ਆ ਰਹੇ ਸਨ, ਉਹ ਸਾਰੇ ਹੀ ਆਣ ਪੁੱਜੇ ਨੇ। ਹੈਨ ਭੁਜਾਵਤ ਪਹੁੰਚੇ ਤਹਾਂ। ਤੇ ਘੋੜਿਆਂ ਨੂੰ ਭਜਾਉਂਦੇ ਹੋਏ ਸੂਰਮੇ ਬੜੀ ਕਾਹਲੀ ਨਾਲ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਆਏ ਨੇ। ਦੇਖ ਸਤਿਗੁਰ ਪਾਇਓ ਸੁਖ ਮਹਾ। ਸੱਚੇ ਪਾਤਸ਼ਾਹ ਜੀਆਂ ਨੂੰ ਵੇਖ ਕਰਕੇ ਸਾਰੇ ਹੀ ਸੂਰਮਿਆਂ ਨੇ ਬੜਾ ਸੁਖ ਪਾਇਆ ਏ। ਇਤਕ ਜੰਮੂ ਮਗ ਮਹਿ ਜਿය ਡੇਰਾ। ਤੇ ਕਵੀ ਜੀ ਕਹਿੰਦੇ ਜਿਹੜੇ ਕੁਝ ਕੁ ਸੂਰਮੇ ਫੌਜ ਰਹਿ ਗਈ ਸੀ, ਉਹਨਾਂ ਨੇ ਰਸਤੇ ਦੇ ਵਿੱਚ ਹੀ ਡੇਰਾ ਕਰ ਲਿਆ ਸੀ। ਫਸਲਿਓ ਅੰਧਕਾਰ ਜਬ ਹੇਰਾ। ਜਦੋਂ ਉਹਨਾਂ ਨੇ ਰਾਤ ਦਾ ਸਮਾਂ ਵੇਖਿਆ ਤੇ ਸਾਰੇ ਹੀ ਜਿਹੜੇ ਸੂਰਮੇ ਪਿੱਛੇ ਆ ਰਹੇ ਸਨ, ਉਹ ਰਸਤੇ ਦੇ ਵਿੱਚ ਹੀ ਡੇਰਾ ਕਰਕੇ ਰੁਕ ਗਏ। ਐ ਬਸ ਕਾਲਪੁਰ ਨਿਸਾ ਬਿਤਾਈ। ਤੇ ਸੱਚੇ ਪਾਤਸ਼ਾਹ ਜੀਆਂ ਨੇ ਫਿਰ ਜਿਹੜੀ ਜਗ੍ਹਾ ਤੇ ਮਹਾਰਾਜ ਜੀ ਆ ਕੇ ਰੁਕੇ ਨੇ, ਉਸ ਜਗ੍ਹਾ ਦੇ ਉੱਪਰ ਰਾਤ ਬਿਤਾਉਣਾ ਕੀਤੀ ਏ। ਜਾਗੇ ਸਕਲ ਪ੍ਰਾਤ ਹੋਇ ਆਈ। ਤੇ ਜਦੋਂ ਅਗਲਾ ਦਿਨ ਚੜ੍ਹਿਆ, ਸੱਚੇ ਪਾਤਸ਼ਾਹ ਜੀਆਂ ਨੇ ਜਾਗਣਾ ਕੀਤਾ ਏ। ਇਤ ਕਰ ਸੋ ਗੁਰ ਟੱਕ ਲਗਾਇਬ। ਮਹਾਰਾਜ ਜੀਆਂ ਨੇ ਆਪਣੇ ਹੱਥਾਂ ਦੇ ਨਾਲ ਉਸ ਜਗ੍ਹਾ ਦੇ ਉੱਪਰ ਫਿਰ ਟੱਕ ਲਾਉਣਾ ਕੀਤਾ ਏ। ਮੋੜਾ ਗਾੜ ਰਿਤੇ ਹਰ ਖਾਇਬ। ਤੇ ਉਸ ਜਗ੍ਹਾ ਦੇ ਉੱਪਰ ਇੱਕ ਮੋੜਾ ਗੱਡ ਕੇ ਤੇ ਮਹਾਰਾਜ ਜੀਆਂ ਨੇ ਨਵੇਂ ਨਗਰ ਦੀ ਉਸਾਰੀ ਕਰਨ ਦੇ ਲਈ ਭਾਈ ਸਾਧੂ ਜੀਆਂ ਨੂੰ ਹੁਕਮ ਦੇਣ ਲੱਗੇ ਨੇ। ਸਾਧੂ ਸੰਗ ਕਹਿਓ ਹੋਏ ਗ੍ਰਾਮੋ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਸਾਧੂ ਜੀ, ਇੱਥੇ ਹੀ ਤੁਹਾਡਾ ਹੁਣ ਨਗਰ ਹੋਵੇਗਾ। ਆਪਨ ਨਾਮ ਪਾਰ ਧਰ ਇਸ ਨਾਮੋ। ਇਸ ਨਗਰ ਦਾ ਨਾਂ ਤੁਸੀਂ ਆਪਣੇ ਨਾਂ ਦੇ ਉੱਪਰ ਰੱਖਣਾ ਕਰਿਓ। ਸੁਨ ਸਾਧੂ ਕਰ ਜੋੜ ਉਚਾਰਾ। ਤੇ ਭਾਈ ਸਾਧੂ ਜੀਆਂ ਨੇ ਸੁਣ ਕੇ ਆਪਣੇ ਹੱਥਾਂ ਨੂੰ ਜੋੜ ਕੇ ਮੁਖ ਤੋਂ ਬੋਲ ਕਹੇ ਨੇ। ਮੁਝ ਤੇ ਮਮ ਸੁਤ ਸਿੱਖ ਉਦਾਰਾ। ਸੱਚੇ ਪਾਤਸ਼ਾਹ ਜੀ, ਮੇਰੇ ਨਾਲੋਂ ਜਿਹੜਾ ਮੇਰਾ ਪੁੱਤਰ ਰੂਪ ਚੰਦ ਹੈ, ਤੁਹਾਡਾ ਬੜਾ ਵੱਡਾ ਸਿੱਖ ਹੈ। ਨਿਸ਼ਚਾ ਅਦਕ ਆਪਕੇ ਮਾਹੀ। ਤੇ ਮੇਰੇ ਨਾਲੋਂ ਵੱਧ ਨਿਸ਼ਚਾ ਮੇਰੇ ਪੁੱਤਰ ਨੂੰ ਤੁਹਾਡੇ ਉੱਪਰ ਹੈ। ਬਸ ਹੋ ਹਿਰਦੇ ਕਬ ਬਿਸਰਤ ਨਾਹੀ। ਤੁਸੀਂ ਸਦਾ ਹੀ ਸੱਚੇ ਪਾਤਸ਼ਾਹ ਜੀ ਇਹਦੇ ਹਿਰਦੇ ਵਿੱਚ ਵਸਦੇ ਹੋ ਤੇ ਕਦੀ ਵੀ ਵਿਸਰਦੇ ਨਹੀਂ। ਪੁੱਤਰ ਨਾਮ ਪਾਰ ਰੱਖੋ ਨਾਮੂ। ਇਸ ਲਈ ਸੱਚੇ ਪਾਤਸ਼ਾਹ ਅਸੀਂ ਆਪਣੇ ਪੁੱਤਰ ਦੇ ਨਾਮ ਦੇ ਉੱਪਰ ਇਸ ਨਗਰ ਦਾ ਨਾਮ ਰੱਖਣਾ ਕਰਾਂਗੇ। ਸੁਨ ਗੁਰ ਭਾਖਿਓ ਰੂਪਾ ਗ੍ਰਾਮੂ। ਤੇ ਸੱਚੇ ਪਾਤਸ਼ਾਹ ਜੀਆਂ ਨੇ ਸੁਣ ਕਰਕੇ ਆਪਣੇ ਮੁਖ ਦੇ ਵਿੱਚੋਂ ਬੋਲ ਕਹੇ ਕਿ ਇਸ ਨਗਰ ਦਾ ਨਾਮ ਰੂਪਾ ਨਗਰ ਹੋਵੇਗਾ। ਕਹਿਓ ਬਹੁਰ ਅਬ ਸਦਨ ਬਨੀਜੈ। ਸੱਚੇ ਪਾਤਸ਼ਾਹ ਜੀ ਕਹਿੰਦੇ ਇੱਥੇ ਹੁਣ ਬੜੇ ਹੀ ਵੱਡੇ ਜਿਹੜੇ ਨਗਰ ਹਨ, ਉਹਨਾਂ ਦੇ ਨਾਲੋਂ ਵੀ ਇਹ ਵੱਡਾ ਨਗਰ ਹੋਵੇਗਾ। ਇਸ ਲਈ ਇੱਥੇ ਹੁਣ ਘਰ ਉਸਾਰਨੇ ਕਰੋ। ਵਿਦ ਤਹਿ ਦੇਸਨ ਲਿਖੈ ਜਨੀਜੇ। ਤੇ ਸਾਰੇ ਹੀ ਦੇਸ਼ਾਂ ਦੇ ਵਿੱਚ ਇਸ ਭਾਈ ਰੂਪੇ ਨਗਰ ਦਾ ਨਾਮ ਜਿਹੜਾ ਹੈ ਉਹ ਫੈਲਣਾ ਕਰੇਗਾ। ਹਮ ਵੀ ਪੁਨ ਆਵੇ ਇਸ ਥਾਨ। ਤੇ ਸੱਚੇ ਪਾਤਸ਼ਾਹ ਜੀ ਫਿਰ ਬਚਨ ਕਰਦੇ ਨੇ ਕਿ ਅਸੀਂ ਫਿਰ ਪਰਤ ਕਰਕੇ ਇਸ ਜਗ੍ਹਾ ਦੇ ਉੱਪਰ ਆਵਾਂਗੇ। ਇੱਥੇ ਸੱਚੇ ਪਾਤਸ਼ਾਹ ਜੀ ਆਪਣੇ 10ਵੇਂ ਜਾਮੇ ਦੇ ਬਾਪਤ ਕਹਿੰਦੇ ਨੇ ਵੀ ਜਦੋਂ 10ਵਾਂ ਜਾਮਾ ਧਾਰਨ ਕਰਾਂਗੇ, ਭਾਵ ਜਦੋਂ ਕਲਗੀਧਰ ਪਾਤਸ਼ਾਹ ਜੀਆਂ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀਆਂ ਦੀ ਜੋਤ ਬਿਰਾਜੇਗੀ, ਉਸ ਵੇਲੇ 10ਵੇਂ ਜਾਮੇ ਦੇ ਵਿੱਚ ਇਸ ਭਾਈ ਰੂਪੇ ਨਗਰ ਦੇ ਵਿੱਚ ਆ ਪਹੁੰਚਾਂਗੇ। ਏਤਕ ਦਿਓਸ ਕਰਹਿ ਗੁਜਰਾਨ। ਤੇ ਕੁਝ ਕੁ ਦਿਨ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਇਸ ਨਗਰ ਵਿੱਚ ਰੁਕਣਾ ਕਰਾਂਗੇ। ਕਹਿ ਸਤਿਗੁਰ ਪੇ ਅਸਵਾਰ। ਐਵੇਂ ਬਚਨ ਕਹਿ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਘੋੜੇ ਦੇ ਉੱਪਰ ਚੱਲਣ ਦੇ ਲਈ ਸਵਾਰ ਹੋਏ ਹਨ। ਸਨੇ ਸਨੇ ਜਲ ਖਿਲਤ ਸਿਕਾਰ। ਤੇ ਹੌਲੀ ਹੌਲੀ ਕਰਕੇ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਦੇ ਹੋਏ ਵਾਪਸ ਜਾ ਰਹੇ ਹਨ। ਸਾਧੂ ਰੂਪ ਚੰਦ ਮਿਲ ਦੋ। ਤੇ ਉਸ ਵੇਲੇ
ਭਾਈ ਸਾਧੂ ਤੇ ਨਾਲ ਪੁੱਤਰ ਰੂਪ ਚੰਦ ਦੋਵੇਂ ਮਿਲ ਕਰਕੇ ਗ੍ਰਾਮ ਬਸਾਵਨ ਕੀਨਸ ਸੋ ਤੇ ਦੋਵਾਂ ਪਿਓ ਪੁੱਤਾਂ ਨੇ ਮਿਲ ਕੇ ਉੱਥੇ ਨਗਰ ਵਸਾਉਣਾ ਕੀਤਾ ਏ। ਪਰ ਕਰ ਨਰ ਗਨ ਤਬ ਬਾਸੈ ਤੇ ਸੱਚੇ ਪਾਤਸ਼ਾਹ ਜੀਆਂ ਦਾ ਹੁਕਮ ਪਾ ਕੇ ਉਸ ਨਗਰ ਦੇ ਵਿੱਚ ਬੜੇ ਹੀ ਲੋਕ ਆ ਕੇ ਵਸਣਾ ਕਰਦੇ ਨੇ ਆਣੇ ਆਪਣੇ ਰੱਜੇ ਅਵਾਸੇ ਤੇ ਆ ਕਰਕੇ ਆਪਣੇ ਘਰਾਂ ਨੂੰ ਉਸਾਰਨਾ ਕਰਦੇ ਹਨ ਸੇਵ ਦੇਵ ਕੀ ਗਰਭੇ ਲਾਗੇ ਤੇ ਸਾਰੇ ਹੀ ਮਿਲ ਕਰਕੇ ਲੰਗਰ ਦੀ ਦੇਗ ਜਿਹੜੀ ਹੈ ਉਹ ਤਿਆਰ ਕਰਦੇ ਹਨ ਗੁਰੂ ਪ੍ਰੇਮ ਮਹਿ ਰਹਿ ਨਿਤ ਪਾਗੇ ਤੇ ਸਦਾ ਹੀ ਗੁਰੂ ਦੇ ਪ੍ਰੇਮ ਦੇ ਵਿੱਚ ਇਹ ਸਾਰੇ ਲੱਗੇ ਰਹਿੰਦੇ ਹਨ। ਇਸਤਰੀ ਪੁਰਸ਼ ਟਹਿਲ ਕੋ ਕਰਹੀ ਤੇ ਜਿੰਨੇ ਵੀ ਇਸਤਰੀ ਤੇ ਪੁਰਸ਼ ਹਨ ਸਾਰੇ ਹੀ ਉਸ ਨਗਰ ਦੀ ਟਹਿਲ ਭਾਵਨਾ ਸੇਵਾ ਜਿਹੜੀ ਹੈ ਉਹ ਕਰਨੀ ਕਰਦੇ ਨੇ ਸਿੱਧਤ ਅਸਨ ਦੇ ਭਾਉ ਸੋ ਧਰਹੀ ਤੇ ਜਿਹੜੇ ਵੀ ਭੁੱਖੇ ਜੀਵ ਆਉਂਦੇ ਨੇ ਉਹਨਾਂ ਨੂੰ ਬੜੇ ਹੀ ਪ੍ਰੇਮ ਦੇ ਨਾਲ ਪ੍ਰਸ਼ਾਦਾ ਪਾਣੀ ਛਕਾਉਂਦੇ ਹਨ। ਅਬ ਲਗ ਤਿਨਕੇ ਹੈ ਇਹੋ ਰੀਤ ਤੇ ਕਵੀ ਜੀ ਕਹਿੰਦੇ ਅਜੇ ਤੱਕ ਵੀ ਉਸ ਨਗਰ ਦੇ ਵਿੱਚ ਇਸੇ ਤਰ੍ਹਾਂ ਹੀ ਰੀਤੀ ਚੱਲ ਰਹੀ ਹੈ, ਭਾਵ ਇਸੇ ਤਰ੍ਹਾਂ ਹੀ ਲੰਗਰ ਪ੍ਰਸ਼ਾਦਾ ਚੱਲ ਰਿਹਾ ਜਿਸ ਵੇਲੇ ਕਵੀ ਜੀਆਂ ਨੇ ਇਹ ਗ੍ਰੰਥ ਲਿਖਣਾ ਕੀਤਾ ਸੀ ਉਸ ਵੇਲੇ ਦਾ ਜਿਹੜਾ ਵੇਰਵਾ ਦੱਸਦੇ ਨੇ। ਪਰ ਇਸੇ ਤਰ੍ਹਾਂ ਹੀ ਉਹਨਾਂ ਦੀ ਕੁਲ ਦੇ ਵਿੱਚ ਭਾਈ ਰੂਪ ਚੰਦ ਜੀਆਂ ਦੀ ਕੁਲ ਦੇ ਵਿੱਚ ਇੱਕ ਐਸੇ ਮਹਾਨ ਵਿਅਕਤੀ ਮਰਦ ਪੈਦਾ ਹੋਏ ਸਨ। ਕਹਿੰਦੇ ਨੇ ਸਮਾਂ ਪਾ ਕਰਕੇ ਇੱਕ ਵਾਰ ਜਦੋਂ ਲੰਗਰ ਦੇ ਵਿੱਚ ਲੱਕੜਾਂ ਜਿਹੜੀਆਂ ਆਉਣੀਆਂ ਮੁੱਕ ਗਈਆਂ, ਲੱਕੜਾਂ ਨਾ ਆਈਆਂ ਤੇ ਲੱਕੜਾਂ ਬੜੀਆਂ ਹੀ ਗਿੱਲੀਆਂ ਸਨ ਤੇ ਸੰਗਤ ਨੇ ਆ ਕੇ ਕਿਹਾ ਵੀ ਭਾਈ ਸਾਹਿਬ ਜੀ ਹੁਣ ਕੀ ਕੀਤਾ ਜਾਵੇ, ਲੰਗਰ ਦੇ ਲਈ ਲੱਕੜਾਂ ਨਹੀਂ ਹਨ। ਤੇ ਭਾਈ ਸਾਹਿਬ ਜੀਆਂ ਨੇ ਮੁਖ ਦੇ ਵਿੱਚੋਂ ਬਚਨ ਕੀਤੇ ਵੀ ਜਿਹੜੇ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਨੇ ਬੋਲ ਕਹੇ ਸਨ ਕਿ ਤੁਹਾਡਾ ਜਿਹੜਾ ਲੰਗਰ ਹੈ ਸਦਾ ਹੀ ਆਬਾਦ ਚੱਲੇਗਾ, ਉਹ ਛੇਵੇਂ ਪਾਤਸ਼ਾਹ ਜੀ ਆਪ ਹੀ ਕਿਰਪਾ ਕਰਕੇ ਸਭ ਕਾਰਜ ਕਰਵਾ ਲੈਣਗੇ। ਐਸੇ ਬੋਲ ਕਹਿ ਕੇ ਉਹਨਾਂ ਨੇ ਕਿਹਾ ਵੀ ਜਿੰਨੀਆਂ ਵੀ ਗਿੱਲੀਆਂ ਲੱਕੜਾਂ ਨੇ ਸਾਰੀਆਂ ਗਿੱਲੀਆਂ ਲੱਕੜਾਂ ਲਿਆ ਕਰਕੇ ਲੰਗਰ ਦੇ ਵਿੱਚ ਲਾਉਣੀਆਂ ਕਰੋ। ਸੰਗਤ ਨੇ ਇਸੇ ਪ੍ਰਕਾਰ ਹੀ ਕੀਤਾ, ਗਿੱਲੀਆਂ ਲੱਕੜਾਂ ਲਿਆ ਕਰਕੇ ਲੰਗਰ ਦੇ ਵਿੱਚ ਲਾਉਣੀਆਂ ਸ਼ੁਰੂ ਕੀਤੀਆਂ ਤੇ ਜਿਹੜੀਆਂ ਗਿੱਲੀਆਂ ਲੱਕੜਾਂ ਨੇ ਇਸ ਪ੍ਰਕਾਰ ਮਚੀਆਂ ਵੀ ਜਿਵੇਂ ਸੁੱਕੀਆਂ ਲੱਕੜਾਂ ਹੁੰਦੀਆਂ ਨੇ। ਕਵੀ ਜੀ ਕਹਿੰਦੇ ਇਸ ਤਰੀਕੇ ਦਾ ਜਿਹੜਾ ਵੇਰਵਾ ਹੈ ਅਜੇ ਤੱਕ ਵੀ ਉਸ ਭਾਈ ਰੂਪੇ ਨਗਰ ਦੇ ਵਿੱਚ ਚੱਲਦਾ ਹੈ। ਜਿਹੜਾ ਵੀ ਕੋਈ ਉਹਨਾਂ ਗਿੱਲੀਆਂ ਲੱਕੜਾਂ ਨੂੰ ਅੱਗ ਦੇ ਵਿੱਚ ਸੁੱਟਦਾ ਏ ਜਿਵੇਂ ਸੁੱਕੀਆਂ ਲੱਕੜਾਂ ਮੱਚਦੀਆਂ ਹਨ ਉਸੇ ਪ੍ਰਕਾਰ ਹੀ ਉਹ ਗਿੱਲੀਆਂ ਲੱਕੜਾਂ ਮੱਚਦੀਆਂ ਹਨ। ਐਸੀ ਕਿਰਪਾ ਅਜੇ ਤੱਕ ਵੀ ਉਸ ਨਗਰ ਦੇ ਵਿੱਚ ਵਸਦੀ ਹੈ ਜੀ। ਸੇਵਹਿ ਦੇਖ ਧਰਹਿ ਉਰ ਪ੍ਰੀਤ ਤੇ ਸਾਰੇ ਹੀ ਮਨ ਦੇ ਵਿੱਚ ਪ੍ਰੀਤੀ ਨੂੰ ਧਾਰ ਕਰਕੇ ਸੱਚੇ ਪਾਤਸ਼ਾਹ ਜੀਆਂ ਦੀ ਸੇਵਾ ਕਰਦੇ ਹਨ ਤੇ ਬੜਾ ਹੀ ਮਨ ਦੇ ਵਿੱਚ ਪ੍ਰੇਮ ਧਾਰ ਕੇ ਆਈ ਗਈ ਸੰਗਤ ਦੀ ਸੇਵਾ ਕਰਦੇ ਹਨ ਤੇ ਕਿਸੇ ਨੂੰ ਵੀ ਭੁੱਖਿਆਂ ਵਾਪਸ ਨਹੀਂ ਜਾਣ ਦਿੰਦੇ। ਇਹ ਜਿਹੜੀ ਕਥਾ ਵਿਚਾਰ ਅੱਜ ਦੇ ਅਧਿਆਏ ਦੇ ਅੰਦਰ ਇੱਥੋਂ ਤੱਕ ਆਉਣਾ ਕੀਤੀ ਹੈ। ਵਿਚਾਰ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਆਪ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਯੋਗ ਹਨ। ਅਣਜਾਣ ਬੱਚੇ ਸਮਝ ਕਰਕੇ ਬਖਸ਼ ਦੇਣਾ, ਗਾਂ ਤੋਂ ਕਥਾ ਵਿਚਾਰ ਕਰਨ ਦੀ ਸੋਝੀ ਪਾਉਣਾ ਜੀ। ਆਓ ਜਿਵੇਂ ਬਾਕੀ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਕਵੀ ਜੀ ਦੱਸਣਗੇ ਕਿ ਇਸ ਪ੍ਰਕਾਰ ਉਹ ਜਿਹੜੀ ਕੁਲ ਹੈ ਭਾਈ ਰੂਪੇ ਦੀ ਉਹ ਦੂਸਰੇ ਨਗਰ ਦੇ ਵਿੱਚ ਜਾ ਕਰਕੇ ਵਸਦੀ ਹੈ। ਕਿਵੇਂ ਇਹਨਾਂ ਦੇ ਨਗਰ ਦੇ ਵਿੱਚ ਸੂਰਮੇ ਪੈਦਾ ਹੋਏ ਨੇ ਉਹ ਆਪਾਂ ਕੱਲ੍ਹ ਦੇ ਦਿਨ ਸਾਰੀ ਹੀ ਕਥਾ ਵਾਰਤਾ ਸਰਵਣ ਕਰਾਂਗੇ। ਆਓ ਦੋ ਪੰਕਤੀਆਂ ਪੜ੍ਹ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਆਪ ਲਗ ਤਿਨਕੇ ਹੈ ਇਹੋ ਰੀਤ ਸੇਵਹਿ ਦੇਖ ਧਰਹਿ ਉਰ ਪ੍ਰੀਤ ਬੜੇ ਸਮਿੰਦਰਵਾਨ ਪੀ ਭਏ ਸੇਵਕ ਅਗਰ ਬ੍ਰਿੰਦ ਹੋਏ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰਥ ਅਗਮ ਪੂਰਨ ਮੋਹਿ ਮਇਆ ਧਾਰ ਅੰਧ ਕੂਪ ਮਹਾ ਭਇਆ
ਨਾਨਕ ਪਾਰਿ ਉਤਾਰ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ। ਜਗਮਗ ਜੋਤ ਬਿਰਾਜ ਰਹੀ ਸ੍ਰੀ ਅਬਚਲ ਨਗਰ ਮਝਾਰ। ਖੰਡਾ ਜਾ ਕੇ ਹਾਥ ਮੈਂ ਕਲਗੀ ਸੋ ਹੈ ਸੀਸ। ਸੋ ਹਮਰੀ ਰਚਿਆ ਕਰੇ ਗੁਰ ਕਲਗੀ ਧਰ ਜਗਦੀਸ਼। ਖੰਡਾ ਜਾ ਕੇ ਹਾਥ ਮੈਂ ਕਲਗੀ ਸੋ ਹੈ ਸੀਸ। ਸੋ ਹਮਰੀ ਰਚਿਆ ਕਰੇ ਗੁਰ ਕਲਗੀ ਧਰ ਜਗਦੀਸ਼। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।